ਬੰਦਨ ਭਾਗ ਪੰਕਜ ਦਨਾ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੁੱਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਪਾਠ ਕੀਰਤਨ ਸਰਵਣ ਕੀਤਾ ਹੈ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਉਂਝ ਅੱਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਨ ਵੀ ਹੈ। ਅੱਜ ਦੇ ਦਿਨ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਰੀਰ ਦਾ ਓਹਲਾ ਕੀਤਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਸੱਚਖੰਡ ਪਿਆਨਾ ਕੀਤਾ। ਸਿੱਖ ਸੰਗਤਾਂ ਨੇ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਬਹੁਤ ਚਾਓ ਸ਼ਰਧਾ ਦੇ ਨਾਲ ਅੱਜ ਦਾ ਦਿਨ ਮਨਾਇਆ। ਲੜੀਵਾਰ ਕਥਾ ਵੀ ਆਪਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਸਰਵਣ ਕਰ ਰਹੇ ਹਾਂ। ਬੇਅੰਤ ਸਿੱਖ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਉਂਦੇ ਹਨ। ਗੁਰੂ ਸਾਹਿਬ ਮਹਾਰਾਜ ਉਹਨਾਂ ਸਾਰਿਆਂ ਨੂੰ ਭਲਾ ਉਪਦੇਸ਼ ਦਿੰਦੇ ਆ।
ਸੱਚੇ ਪਾਤਸ਼ਾਹ ਐਸੇ ਬਚਨ ਸੁਣਾਉਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਬੰਦੇ ਦਾ ਭਲਾ ਹੁੰਦਾ ਹੈ, ਜਿਨ੍ਹਾਂ ਤੇ ਚੱਲਣ ਦੇ ਨਾਲ ਬੰਦੇ ਨੂੰ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖ ਨੂੰ ਐਸੇ ਬਚਨ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸੁਣਾਉਂਦੇ ਹਨ। ਸੋ ਆਪ ਜੀ ਬੜੇ ਪਿਆਰ ਨਾਲ ਗੁਰੂ ਜੀ ਦੇ ਬਚਨ ਆਪ ਜੀ ਨੇ ਸਾਰੇ ਸੁਣੇ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਬਚਪਨ ਆਪ ਜੀ ਨੇ ਸਰਵਣ ਕੀਤਾ, ਕਿਵੇਂ ਉਹ ਬਚਪਨ ਦੇ ਵਿੱਚ ਘੁੰਗਣੀਆਂ ਵੇਚਦੇ, ਸਾਰੀ ਦੀ ਸਾਰੀ ਛਾਬੜੀ ਜਿਹੜੀ ਸੀ ਨਾ ਉਹ ਇੱਕ ਸਾਧੂ ਸੰਤ ਨੂੰ ਛਕਾ ਦਿੱਤੀ, ਤੇ ਕਿਵੇਂ ਫਿਰ ਉਹ ਗੁਰੂ ਘਰ ਵਿੱਚ ਆਏ, ਇਹ ਪ੍ਰਸੰਗ ਵੀ ਆਪ ਜੀ ਨੇ ਸਰਵਣ ਕੀਤਾ। ਉਧਰ ਅਕਬਰ ਦਾ ਦੀਵਾਨ ਹੈ ਜਿਹਦਾ ਨਾਮ ਹੈ ਬੀਰਬਲ। ਲੋਕ ਬੀਰਬਲ ਦੇ ਬੜੇ ਕਿੱਸੇ ਸੁਣਾਉਂਦੇ ਆ, ਬੀਰਬਲ ਜੀ ਬੜਾ ਵਧੀਆ ਹੈ, ਪਰ ਬੀਰਬਲ ਸਿਰੇ ਦਾ ਮੂਰਖ ਸੀਗਾ ਜੀ। ਬੀਰਬਲ ਪੱਛਮ ਵਾਲੇ ਪਾਸੇ ਤੇ ਵਿਜੇ ਪ੍ਰਾਪਤ ਕਰਨ ਵਾਸਤੇ ਜਾ ਰਿਹਾ। ਬੜੀਆਂ ਉਹਦੇ ਕੋਲ ਤੋਪਾਂ ਹਨ, ਹਥਿਆਰ ਹਨ ਤੇ ਲੱਖਾਂ ਹੀ ਫੌਜਾਂ ਹਨ। ਬੀਰਬਲ ਜਿਹੜਾ ਹੈ ਉਹ ਫੌਜਾਂ ਨੂੰ ਨਾਲ ਲੈ ਕੇ ਜਾ ਰਿਹਾ। ਹੁਣ ਫੌਜਾਂ ਦਾ ਖਰਚਾ ਵੀ ਕਰਨਾ ਸੀਗਾ। ਅਕਬਰ ਨੇ ਇਹ ਪਰਵਾਨਾ ਲਿਖ ਕੇ ਦਿੱਤਾ, ਜਿੰਨੇ ਵੀ ਖੱਤਰੀ ਹੈ ਨਾ ਉਹ ਬੀਰਬਲ ਨੂੰ 1-1 ਰੁਪਈਆ ਦੇਣਗੇ। ਉਹ ਹੁਣ ਬੀਰਬਲ ਸਾਰਿਆਂ ਕੋਲੋਂ ਜ਼ੋਰ ਨਾਲ ਧੱਕੇ ਨਾਲ ਵੀ ਮਾਇਆ ਲੈ ਰਿਹਾ, ਤੇ ਚਲਦਿਆਂ ਬੀਰਬਲ ਗੋਇੰਦਵਾਲ ਸਾਹਿਬ ਆ ਗਿਆ ਜੀ। ਉਦੋਂ ਇਹੋ ਰਸਤਾ ਹੁੰਦਾ ਸੀਗਾ ਮੇਨ। ਗੋਇੰਦਵਾਲ ਸਾਹਿਬ ਜਦੋਂ ਆਇਆ, ਇੱਥੋਂ ਦੇ ਖੱਤਰੀ ਜਿਹੜੇ ਹਨ ਉਹਨਾਂ ਦੇ ਘਰ ਵਿੱਚ ਜਾ ਕੇ ਬੀਰਬਲ ਦੇ ਸਿਪਾਹੀ ਪੈਸੇ ਮੰਗਦੇ ਆ। ਬੀਰਬਲ ਦੀ ਇਹ ਗੱਲ ਜਾ ਕੇ ਗੁਰੂ ਕੇ ਸਿੱਖਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਦੱਸੀ ਹੈ। ਮਹਾਰਾਜ ਗੁਰੂ ਸਾਹਿਬ ਜੀ ਨੇ ਬੀਰਬਲ ਨੂੰ ਸੁਨੇਹਾ ਭਿਜਵਾਇਆ, ਬੀਰਬਲ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਲੰਗਰ ਤੇ ਜਿੰਨਾ ਮਰਜ਼ੀ ਛਕ ਆ ਕੇ, ਪਰ ਜਬਰੀ ਪੈਸੇ ਮੰਗੇਗਾ ਉਹ ਨਹੀਂ ਮਿਲਣਗੇ। ਪਰ ਬੀਰਬਲ ਹੰਕਾਰ ਦੇ ਵਿੱਚ ਮਸਤ ਹੋਇਆ, ਹੋਰ ਮਾੜੀ ਬੋਲੀ ਬੋਲਦਾ ਜੀ। ਹੰਕਾਰੀ ਬੰਦਾ ਨਾ ਜੀ ਜਿਹੜਾ, ਉਹਦੀ ਬੋਲੀ ਵਿਗੜ ਜਾਂਦੀ ਜੀ, ਬੋਲੀ ਵਿਗੜ ਜਾਂਦੀ ਉਹਦੀ, ਮਾੜਾ ਬੋਲਦਾ, ਹੰਕਾਰ ਦੀ ਪਹਿਚਾਣ ਹੈ। ਬੀਰਬਲ ਬੜਾ ਮਾੜਾ ਬੋਲਿਆ। ਗੁਰੂ ਕੇ ਸਿੱਖਾਂ ਨੇ ਆ ਕੇ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ, ਮਹਾਰਾਜ ਬੀਰਬਲ ਤੇ ਇੰਜ ਬੋਲਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਵਾਰ ਫਿਰ ਭੇਜਿਆ, ਉਹਨੇ ਫਿਰ ਨਹੀਂ ਗੱਲ ਮੰਨੀ ਜੀ। ਹੁਣ ਮਹਾਰਾਜ ਫਿਰ ਥੋੜੇ ਸਖਤ ਬਚਨ ਕਰ ਰਹੇ ਆ। ਮਹਾਰਾਜ ਕਹਿੰਦੇ ਮੂਰਖ ਹੈ, ਹੰਕਾਰ ਵਿੱਚ ਆ ਕੇ ਪਾਪ ਸਹੇੜ ਬੈਠੇਗਾ। ਮੂਰਖਾਂ ਦਾ ਕੰਮ ਹੁੰਦਾ ਹੈ ਹਉਮੈ ਵਿੱਚ ਆ ਕੇ ਹੰਕਾਰ ਸਹੇੜ ਬੈਠਦੇ ਆ, ਪਾਪ ਸਹੇੜ ਬੈਠਦੇ ਆ। ਮਹਾਰਾਜ ਕਹਿਣ ਲੱਗੇ ਜਿਹੜੀ ਆਪਣੀ ਤਾਕਤ ਵਿਖਾ ਰਿਹਾ ਨਾ, 2 ਦਿਨਾਂ ਦੀ ਗੱਲ ਹੈ। ਸੱਚੇ ਪਾਤਸ਼ਾਹ ਕਹਿੰਦੇ ਸਾਰੀ ਰੱਬ ਦੇ ਪਿਆਰਿਆਂ ਦੇ ਅੱਗੇ ਕਦੀ ਨਹੀਂ ਬੋਲਣਾ ਚਾਹੀਦਾ, ਕਦੀ ਨਹੀਂ ਬੋਲਣਾ ਚਾਹੀਦਾ। ਇੱਥੋਂ ਤੱਕ ਸਾਧ ਸੰਗਤ ਜਿਹੜਾ ਸਿੰਘ ਬਾਣੀ ਜ਼ਿਆਦਾ ਪੜ੍ਹੇ ਉਹਦੇ ਅੱਗੇ ਵੀ ਨਾ ਬੋਲਿਆ ਕਰੋ। ਉਹਦਾ ਕਾਰਨ ਇਹ ਹੈ ਵੀ ਉਹ ਹੁਣ 8 ਪਹਿਰ ਜਿਹੜਾ ਬਾਣੀ ਪੜ੍ਹਦਾ, ਨਾਮ ਜਪਦਾ, ਉਹਨੇ ਮਨ 'ਚ ਕੁਝ ਸੋਚਣਾ ਹੀ ਹੈ ਤੇ ਫਿਰ ਉਵੇਂ ਵਰਤ ਜਾਣਾ। ਜੇ ਉਹ ਸੋਚੇ ਨਾ ਵੀ ਤੇ ਬਾਣੀ ਪੜ੍ਹਨ ਵਾਲੇ, ਰੱਬ ਦੇ ਪਿਆਰੇ ਤੇ ਵਧੀਕੀ ਕਰਨ ਵਾਲੇ ਨੂੰ ਰੱਬ ਨਹੀਂ ਬਖਸ਼ਦਾ ਜੀ। ਹੁਣੇ ਹੁਕਮਨਾਮਾ ਆਇਆ ਨਾ, ਤੇਰੇ ਦਾਸ ਦੀ ਜਿਹੜੇ ਬੁਰਿਆਈ ਚਿਤਵਦੇ ਆ, ਮਹਾਰਾਜ ਕਹਿੰਦੇ ਤਿਸਹੀ ਕਉ ਫਿਰ ਮਾਰ, ਹਰ ਹਰ ਲੀਨੇ ਸੰਤ ਉਬਾਰ, ਹਰ ਕੇ ਦਾਸ ਕੀ ਚਿਤਵੈ ਬੁਰਿਆਈ, ਤਿਸਹੀ ਕਉ ਫਿਰ ਮਾਰ। ਤੇ ਜਿਹੜੇ ਬੁਰਿਆਈ ਤੱਕਦੇ ਆ ਫਿਰ ਉਹਨਾਂ ਦਾ ਕੀ ਬਣਦਾ, ਉਹ ਹੁਣ ਆਪਾਂ ਇਸ ਪ੍ਰਸੰਗ ਦੇ ਵਿੱਚ ਸਰਵਣ ਕਰਨੇ ਆ। ਮਹਾਰਾਜ ਦੇ ਕੋਲ ਸਿੱਖ ਬੈਠੇ ਆ, ਬੀਰਬਲ ਧੱਕੇ ਨਾਲ ਮਾਇਆ ਮੰਗ ਰਿਹਾ। ਇਹ ਗੁਰੂ ਸਾਹਿਬ ਨੇ ਮਨਾ ਕੀਤਾ ਵੀ ਨਹੀਂ ਕਿਸੇ ਨੇ ਦੇਣੀ। ਹੁਣ ਉਹ ਸਿੱਖ ਕਹਿ ਰਹੇ ਮਹਾਰਾਜ ਇਹ ਮੂਰਖ ਹੈਗਾ, ਕੋਈ ਅਵੱਗਿਆ ਹੀ ਨਾ ਤੁਹਾਡੀ ਕਰ ਬੈਠੇ। ਹੁਣ ਇਹਦੇ ਤੋਂ ਅੱਗੇ ਜਿਹੜੇ ਬਚਨ ਆ ਰਹੇ ਆ, ਜਿਵੇਂ ਜਿਵੇਂ ਸਤਿਗੁਰੂ ਜੀ ਦੇ ਇਤਿਹਾਸ ਦੇ, ਉਹ ਆਪਾਂ ਸਾਰਿਆਂ ਨੇ ਸਰਵਣ ਕਰਨੇ ਆ। ਜੋੜੋ ਦੋਵੇਂ ਹੱਥ,
ਪ੍ਰੇਮ ਨਾਲ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। 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 ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸਹਿਜ ਸੁਭਾਇਕ ਸਤਿਗੁਰ ਬੋਲੇ, ਨਿਸ਼ਚੈ ਰਾਖੋ ਕਿਉ ਮਨ ਡੋਲੇ। ਹਜੂਰ ਗਰੀਬ ਨਵਾਜ ਨਾਲ ਬੈਠੇ ਹੋਏ ਪ੍ਰੇਮੀਆਂ ਨੂੰ ਸਹਿਜ ਸੁਭਾਅ ਕਹਿਣ ਲੱਗੇ। ਮਹਾਰਾਜ ਕਹਿੰਦੇ ਕੋਈ ਨਹੀਂ, ਭਰੋਸਾ ਰੱਖੋ, ਡੋਲਦੇ ਕਿਉਂ ਹੋ। ਹਾਂਜੀ। ਦੇਖੋ ਕਹਾਂ ਕਰੈ ਕਰਤਾਰ। ਮਹਾਰਾਜ ਕਹਿੰਦੇ ਵੇਖੋ ਕਰਤਾਰ ਕੀ ਕਰਦਾ, ਰੱਬ ਕੀ ਕਰਦਾ। ਹਾਂਜੀ। ਸਿਰ ਲਾਗੇ ਤੇ ਸਮਝ ਗਵਾਰ। ਜਦੋਂ ਮੂਰਖਾਂ ਦੇ ਸਿਰ ਤੇ ਆ ਕੇ ਵੱਜੇ ਨਾ, ਮੂਰਖਾਂ ਨੂੰ ਫੇਰ ਹੀ ਸਮਝ ਆਉਂਦੀ ਹੈ। ਸੰਗਤ ਜੀ ਇੱਕ ਗੱਲ ਪੱਕੀ ਚੇਤਾ ਰੱਖਿਓ, ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨਾ ਕੋ ਰਾਮ ਭਰੋਸਾ। ਰੱਬ ਦੇ ਪਿਆਰਿਆਂ ਨੂੰ ਰੱਬ ਤੇ ਭਰੋਸਾ ਹੁੰਦਾ ਜੀ। ਹਾਂਜੀ, ਉਹ ਭਰੋਸੇ ਵਿੱਚ ਰਹਿੰਦੇ ਤੇ ਪਰਮੇਸ਼ਰ ਦੀ ਰਜ਼ਾ ਵੇਖਦੇ ਵੀ ਪਰਮੇਸ਼ਰ ਜੀ ਕੀ ਕਰਦੇ ਜੀ। ਮਹਾਰਾਜ ਕਹਿੰਦੇ ਭਰੋਸਾ ਰੱਖੋ, ਵੇਖੋ ਪਰਮੇਸ਼ਰ ਕੀ ਕਰਦਾ। ਹਾਂਜੀ। ਜਾਏ ਬਿਲੋਕ ਹੈ ਤਹ ਤੁਮ ਦੋਊ, ਕਹੈ ਬਾਰਤਾ ਸੁਨੀਐ ਸੋਊ। ਮਹਾਰਾਜ ਕਹਿੰਦੇ ਤੁਸੀਂ ਦੋ ਜਣੇ ਜਾਓ, ਜਾ ਕੇ ਉੱਥੇ ਵਿਚਰੋ, ਤੁਰੋ ਫਿਰੋ, ਪਤਾ ਲੱਗੇ ਉਹ ਕੀ ਕਹਿ ਰਿਹਾ। ਆਏ ਸਮਾਨ ਗਏ ਤਤਕਾਲਾ, ਬੈਠੇ ਜਹਠਾਂ ਪੌਰ ਬਿਸਾਲਾ। ਉਹ ਗੁਰੂ ਕੇ ਪਿਆਰੇ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਗਏ। ਜਿੱਥੇ ਉਹਦਾ ਦਰਵਾਜ਼ਾ ਸੀਗਾ ਬੀਰਬਲ ਦਾ, ਜਿੱਥੇ ਉਹਨੇ ਤੰਬੂ ਲਾਏ ਸੀ ਤੇ ਦਰਵਾਜ਼ਾ ਬਣਾਇਆ ਸੀ। ਹਾਂਜੀ। ਤਹਿਸ਼ਨ ਅਕਬਰ ਕੇ ਪਰਵਾਨੇ, ਆਏ ਬੜ ਤੂਰੰਤਾ ਠਾਨੇ। ਅਜੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਹੀ ਹੈ ਵੀ ਵੇਖੋ ਰੱਬ ਕੀ ਕਰਦਾ, ਤੇ ਖੇਡ ਵਰਤ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਉਸੇ ਵੇਲੇ ਅਕਬਰ ਦੇ ਪਰਵਾਨੇ ਆ ਗਏ ਜੀ, ਭਾਵ ਅਕਬਰ ਦਾ ਹੁਕਮ ਆ ਗਿਆ, ਏਲਚੀ ਆ ਗਿਆ। ਬੜੀ ਕਾਲੀ ਕਾਲੀ ਆਇਆ ਜੀ ਉਹ ਬੀਰਬਲ ਕੋਲ। ਹਾਂਜੀ। ਭਨਿਓ ਬੀਰਬਲ ਸੋ ਤਿੰਨ ਨਰ, ਇਸ ਪੁਰ ਮੈਂ ਗਨ ਖੱਤਰੀ ਬਰਨ। ਉਧਰੋਂ ਬੀਰਬਲ ਪੁੱਛ ਰਿਹਾ ਸੀ, ਬੀਰਬਲ ਗੱਲਾਂ ਕਰ ਰਿਹਾ ਸੀ ਵੀ ਇਸ ਪੁਰ ਵਿੱਚ ਜਿਹੜੇ ਖੱਤਰੀ ਰਹਿੰਦੇ ਆ ਬੜੇ ਮੂਰਖ ਰਹਿੰਦੇ ਆ, ਕਿਸੇ ਦੀ ਗੱਲ ਹੀ ਨਹੀਂ ਮੰਨਦੇ। ਹਾਂਜੀ। ਅਬ ਲਾ ਹੁਕਮ ਮਾਨ ਨਹਿ ਆਏ, ਸੰਧਿਆ ਪੁਰੀ ਸੋ ਸਮਾਂ ਬਿਤਾਏ। ਕਹਿਣ ਲੱਗੇ ਅਬ ਲੋ ਹੁਕਮ ਮਾਨ ਨਹਿ ਆਏ, ਕਹਿੰਦਾ ਸ਼ਾਮਾਂ ਹੋ ਗਈਆਂ, ਅਜੇ ਤੱਕ ਉਹ ਸਾਡਾ ਹੁਕਮ ਮੰਨ ਕੇ ਆਏ ਹੀ ਨਹੀਂ, ਮੈਨੂੰ ਉਹਨਾਂ ਰੁਪਈਆ ਦਿੱਤਾ ਹੀ ਨਹੀਂ ਹੈ। ਹਾਂਜੀ। ਹੁਕਮ ਆਪ ਕੋ ਹੋਏ ਸੋ ਕਰੈ, ਜਾਏ ਤਿਨਹੁ ਢਿੱਗ ਕੇ ਇਤ ਟਰੈ। ਤੇ ਬੀਰਬਲ ਦੇ ਬੰਦੇ ਕਹਿਣ ਲੱਗੇ ਜੀ ਹੁਕਮ ਕਰੋ, ਜੇ ਤੁਸੀਂ ਹੁਕਮ ਕਰੋ ਉਸੇ ਤਰ੍ਹਾਂ ਹੀ ਕਰਾਂਗੇ, ਜਾ ਕੇ ਮਾਇਆ ਖਿੱਚ ਕੇ ਲੈ ਆਉਨੇ ਉਹਨਾਂ ਕੋਲ। ਹਾਂਜੀ। ਕਹਿਓ ਬੀਰਬਲ ਅਬ ਨਿਸਪਰੀ, ਪ੍ਰਾਤ ਮੁਕਾਮ ਕਰੈ ਇਸ ਪੁਰੀ। ਉਧਰੋਂ ਅਕਬਰ ਦਾ ਪਰਵਾਨਾ ਆ ਰਿਹਾ ਸੀ ਵੀ ਛੇਤੀ ਕਰੋ, ਛੇਤੀ ਪਹੁੰਚੋ ਤੇ ਜੰਗ ਫਤਿਹ ਕਰੋ। ਗੱਜ ਕੇ ਆਖੋ ਵਾਹਿਗੁਰੂ। ਬੀਰਬਲ ਸਿਪਾਹੀਆਂ ਨੂੰ ਕਹਿਣ ਲੱਗਾ ਕੋਈ ਨਹੀਂ, ਹੁਣ ਤੇ ਰਾਤ ਪੈ ਗਈ ਹੈ, ਰਾਤ ਇੱਥੇ ਆਪਾਂ ਰਹਿੰਦੇ ਆ। ਹਾਂਜੀ। ਤਬ ਸਭ ਕੋ ਗਹਿ ਕੈ ਮੰਗਵਾਵੈ, ਨਾਹੇ ਤੇ ਹੁਕਮ ਮਾਨ ਕਰ ਆਵੈ। ਦਿਨ ਚੜ੍ਹੇਗਾ, ਬੀਰਬਲ ਕਹਿੰਦਾ ਮੈਂ ਗੋਂਦਵਾਲ ਸਾਹਿਬ ਦੇ ਜਿੰਨੇ ਮਨੁੱਖ ਨੇ ਸਾਰਿਆਂ ਨੂੰ ਫੜ ਲੈਣਾ ਤੇ ਧੱਕੇ ਨਾਲ ਹੁਕਮ ਮਨਵਾਉਣਾ ਆਪਣਾ। ਹਾਂਜੀ। ਭਇਓ ਤਿਮਰ ਸਿੱਖ ਸੁਨ ਕਰ ਆਏ, ਬਿਗਰੈ ਪ੍ਰਾਤੀ ਗੁਰਨ ਬਤਾਏ। ਉਹ ਦੋਵੇਂ ਸਿੱਖ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ, ਸ੍ਰੀ ਗੁਰੂ ਅਮਰਦਾਸ ਸਾਹਿਬ ਕੋ। ਕਹਿਣ ਲੱਗੇ ਮਹਾਰਾਜ ਕੰਮ ਵਿਗੜ ਗਿਆ। ਹਾਂਜੀ। ਕਹੈ ਸ਼੍ਰੀ ਅਮਰ ਮੁਕਾਮ ਨਾ ਹੋਏ, ਬੇਗ ਇਹਾਂ ਤੇ ਗਮਨੈ ਸੋਏ। ਗੱਜ ਕੇ ਆਖੋ। ਮਹਾਰਾਜ ਕਹਿੰਦੇ ਭਾਈ ਕੀ ਗੱਲ ਹੋਈ। ਕਹਿੰਦੇ ਮਹਾਰਾਜ ਸਵੇਰੇ ਉਹਨੇ ਧੱਕਾ ਚੋਰੀ ਕਰਨੀ ਹੈ, ਧੱਕੇ ਨਾਲ ਪੈਸੇ ਲੈਣੇ ਆ, ਤੇ ਗੁਰੂ ਅਮਰਦਾਸ ਸਾਹਿਬ ਆਪ ਪਰਮੇਸ਼ਰ ਨੇ, ਫਰਕ ਨਹੀਂ ਕੋਈ ਹੈਗਾ। ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਤੁਹਾਡਾ ਸਵੇਰੇ ਕੋਈ ਨੁਕਸਾਨ ਨਹੀਂ ਹੁੰਦਾ, ਇੱਥੇ ਰਵੇਗਾ ਤੇ ਨੁਕਸਾਨ ਕਰੇਗਾ ਨਾ। ਕਹਿਣ ਲੱਗੇ
ਹਾਂਜੀ ਨਹਿ ਚਿੰਤਾ ਚਿਤ ਬਿਖੈ ਵਿਚਾਰੋ, ਰਹੋ ਆਨੰਦਤ ਸਦਨ ਸਿਧਾਰੋ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਚਿੰਤਾ ਨਾ ਕਰੋ, ਘਰ ਜਾ ਕੇ ਆਰਾਮ ਕਰੋ, ਆਨੰਦ ਪ੍ਰਸੰਨ ਰਹੋ। ਪਰਮੇਸ਼ਰ ਤੁਹਾਡਾ ਕੁਝ ਵਿਗੜਨ ਨਹੀਂ ਦਿੰਦਾ ਜੀ। ਤੇ ਪਰਮੇਸ਼ਰ ਕੌਣ ਹੈ? ਧੰਨ ਗੁਰੂ ਅਮਰਦਾਸ ਸਾਹਿਬ ਆਪ ਹੀ ਹਨ ਜੀ। ਰੱਬ ਨਹੀਂ ਤੁਹਾਡਾ ਕੁਝ ਵਿਗੜਨ ਦਿੰਦਾ। ਹਾਂਜੀ ਸੁਨਿਓ ਬੀਰਬਲ ਜਬੈ ਪਰਵਾਨਾ, ਲਿਖੀ ਜਿਸੇ ਮੈਂ ਸ਼ੀਘਰ ਮਹਾਨਾ। ਉਧਰ ਸਾਧ ਸੰਗਤ ਜੀ ਇਹ ਕਹਿ ਰਿਹਾ ਮੈਂ ਸਵੇਰੇ ਪੈਸੇ ਲੈਣੇ ਆ, ਧੱਕੇ ਨਾਲ ਲੈਣੇ ਆ ਗੋਇੰਦਵਾਲ ਸਾਹਿਬ ਦੇ ਲੋਕਾਂ ਕੋਲੋਂ। ਉਧਰੋਂ ਗੁਰੂ ਸਾਹਿਬ ਨੇ ਬਚਨ ਕਰਤਾ ਵੀ ਇਹ ਇੱਥੇ ਰਹੇਗਾ ਤੇ ਮਾਇਆ ਲਏਗਾ। ਉਧਰੋਂ ਰਾਤੋਂ ਰਾਤ ਹੀ ਬੀਰਬਲ ਨੂੰ ਅਕਬਰ ਦਾ ਹੁਕਮ ਆ ਗਿਆ ਜੀ। ਹਾਂਜੀ ਤਿਸੀ ਦੇਸ਼ ਭਾ ਧੁੰਦ ਕਨੇਰਾ। ਉਹਦੇ ਵਿੱਚ ਕੀ ਲਿਖਿਆ ਸੀਗਾ? ਚਿੱਠੀ ਵਿੱਚ ਲਿਖਿਆ ਸੀ, ਬੀਰਬਲ ਚਿੱਠੀ ਪੜ੍ਹਦਿਆਂ ਸਾਰੀ ਤੁਰ ਪਾ, ਛੇਤੀ ਪਸ਼ਚਮ ਦੇਸ਼ ਵੱਲ ਨੂੰ ਤੁਰ ਜਾ। ਹਾਂਜੀ ਲੂਟ ਕੂਟ ਲੀਨੋ ਦਲ ਡੇਰਾ। ਪਰਵਾਨੇ ਵਿੱਚ ਲਿਖਿਆ ਸੀਗਾ, ਹੁਕਮ 'ਚ ਲਿਖਿਆ ਸੀ, ਪਸ਼ਚਮ ਦੇਸ਼ ਵਿੱਚ ਬੜਾ ਵਿਗਾੜ ਪੈਦਾ ਹੋ ਗਿਆ ਤੇ ਤੂੰ ਛੇਤੀ ਉਧਰ ਜਾ। ਹਾਂਜੀ ਨਹਿ ਕਿਤ ਠਹਿਰ ਮੁਕਾਮ ਕਰੀਜੈ। ਗੱਜ ਕੇ ਆਖੋ ਵਾਹਿਗੁਰੂ। ਤੇ ਉਹ ਪਰਮੇਸ਼ਰ ਦੀ ਖੇਡ ਵਰਤਣੀ ਹੈ। ਅਕਬਰ ਨੇ ਵਿੱਚ ਚਿੱਠੀ ਦੇ ਲਿਖਿਆ ਵੀ ਚਿੱਠੀ ਪੜ੍ਹਦਿਆਂ ਸਾਰ ਤੁਰ ਪਾ, ਕਿਸੇ ਥਾਂ ਤੇ ਰਸਤੇ 'ਚ ਨਹੀਂ ਰੁਕਣਾ ਜੀ। ਤੇ ਬੀਰਬਲ ਕੀ ਕਰਕੇ ਬੈਠਾ? ਬੀਰਬਲ ਪਲੈਨਿੰਗ ਕਰਕੇ ਬੈਠਾ ਵੀ ਮੈਂ ਤੇ ਸਵੇਰੇ ਕੁੱਟ-ਕੁੱਟ ਪੈਸੇ ਲੈਣੇ ਸਾਰਿਆਂ ਕੋਲੋਂ। ਹਾਂਜੀ ਦੀਹੀ ਮਜਲ ਤੇ ਤਨਹਿ ਪਹੁੰਚੀਜੈ। ਉਹਨੇ ਲਿਖਿਆ ਵੀ ਮੰਜ਼ਲ ਬੜੀ ਜ਼ਿਆਦਾ ਹੈ, ਸਮਾਂ ਥੋੜਾ ਹੈ, ਤੂੰ ਛੇਤੀ ਪਹੁੰਚ। ਹਾਂਜੀ ਕਰਹੋ ਜਾਏ ਸਰ ਲਰੋ ਕਨੇਰੇ, ਦੀਰਘ ਲਸ਼ਕਰ ਹੈ ਸੰਗ ਤੇਰੇ। ਹਾਂਜੀ ਸੁਨ ਨਿਸ ਮੈਂ ਤਿਆਰੀ ਕਰਵਾਈ। ਬਸ ਫੇਰ ਕੀ ਸੀਗਾ ਜੀ? ਬੀਰਬਲ ਬੈਠਾ ਨਹੀਂ ਜੀ ਚੁੱਪ ਕਰਕੇ। ਉਹਨੇ ਰਾਤੋਂ ਰਾਤ ਹੀ ਸਾਰੀਆਂ ਫੌਜਾਂ ਵਾਲਿਆਂ ਨੂੰ ਆਖਿਆ ਵੀ ਤਿਆਰੀ ਕਰੋ, ਛੇਤੀ ਕਰੋ, ਅਕਬਰ ਦਾ ਹੁਕਮ ਆ ਗਿਆ। ਬੜੀ ਭਰਾਤ ਤੇ ਹੋਹੈ ਚੜ੍ਹਾਈ। ਤੇ ਦਿਨ ਨਹੀਂ ਚੜਨ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਅੰਮ੍ਰਿਤ ਵੇਲੇ ਹੀ, ਜਦੋਂ ਅਜੇ ਸੂਰਜ ਨਹੀਂ ਨਿਕਲਿਆ ਹੁੰਦਾ, ਅੰਮ੍ਰਿਤ ਵੇਲੇ ਹੀ ਉਹਨੇ ਚਾਲਾ ਪਾ ਦਿੱਤਾ ਜੀ ਉੱਥੋਂ ਜੀ। ਅੰਮ੍ਰਿਤ ਵੇਲੇ ਬਸ ਇਸੇ ਤਰ੍ਹਾਂ ਜਿਹੜੇ ਗੁਰੂ ਤੇ ਭਰੋਸਾ ਰੱਖਦੇ ਨਾ, ਮੁਸ਼ਕਲਾਂ ਆਪੇ ਹੀ ਉੱਥੋਂ ਚਾਲਾ ਪਾ ਦਿੰਦੀਆਂ ਜੀ। ਗੱਲ ਤੇ ਭਰੋਸਾ ਰੱਖਣ ਦੀ ਹੈਗੀ ਜੀ। ਹੋ ਸਕਦਾ ਤੁਹਾਡੇ ਨਾਲ ਜ਼ਿੰਦਗੀ 'ਚ ਵਰਤਿਆ ਹੋਵੇ ਜੀ ਇਹ ਗੱਲਾਂ। ਹਾਂਜੀ ਸਭ ਲਸ਼ਕਰ ਮੈਂ ਸੁਧ ਕਰ ਦੀਨ, ਨਿਸਾ ਬਿਤਾਵਨ ਤਿਹ ਠਾਕੀਨ। ਬਸ ਉਹ ਰਾਤ ਹੀ ਸਮਾਂ ਉੱਥੇ ਬਤੀਤ ਹੋਇਆ, ਉਹ ਵੀ ਤਿਆਰੀਆਂ ਵਿੱਚ ਜੀ। ਹਾਂਜੀ ਭੋਰ ਭੂਰ ਤੇ ਵਜੇ ਨਗਾਰੇ। ਦਿਨ ਚੜ੍ਹਦਿਆਂ ਸਾਰ ਅੰਮ੍ਰਿਤ ਵੇਲੇ ਨਗਾਰੇ ਵੱਜ ਗਏ। ਸੁਨ ਸਭ ਜ਼ੀਨ ਤੁਰੰਗਨ ਡਾਰੇ। ਘੋੜਿਆਂ ਤੇ ਕਾਠੀਆਂ ਪਾਈਆਂ, ਸਭ ਸਿਪਾਹੀਆਂ ਨੇ ਤਿਆਰੀ ਕੀਤੀ ਜੀ। ਆਪ ਚੜਨ ਕੀ ਤਿਆਰੀ ਕੀਨ। ਤੇ ਬੀਰਬਲ ਜਿਨੇ ਗੋਇੰਦਵਾਲ ਸਾਹਿਬ ਦੇ ਲੋਕਾਂ ਤੇ ਧੱਕਾ ਕਰਨਾ ਸੀ, ਗੁਰੂ ਸਾਹਿਬ ਕੋਲੋਂ ਜਬਰੀ ਮਾਇਆ ਲੈਣੀ ਸੀਗੀ, ਉਹਨੂੰ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਹੀ ਉੱਥੋਂ ਨਿਕਲਣਾ ਪੈ ਗਿਆ ਜੀ। ਤਿਆਰੀ ਕੀਤੀ ਜੀ ਉਹਨੇ। ਹਾਂਜੀ ਚੱਲਿਓ ਪ੍ਰਸੰਗ ਤਬ ਹੈ ਖੱਤਰੀਨ। ਉਧਰ ਫਿਰ ਗੋਇੰਦਵਾਲ ਸਾਹਿਬ ਦੇ ਖੱਤਰੀਆਂ ਨੂੰ ਵੀ ਪਤਾ ਲੱਗ ਗਿਆ। ਗੱਜ ਕੇ ਆਖੋ ਵਾਹਿਗੁਰੂ। ਇਹ ਬੀਰਬਲ ਤੇ ਤੁਰ ਪਿਆ, ਬੀਰਬਲ ਤੇ ਰਿਹਾ ਹੀ ਨਹੀਂ ਇੱਥੇ। ਹਾਂਜੀ ਇਸ ਪੁਰਕੇ ਨਹਿ ਚੱਲ ਕਰ ਆਏ, ਨਹੀਂ ਰਜਤ ਪਣ ਕਿਨੋ ਪਠਾਏ। ਤੇ ਬੀਰਬਲ ਜਾਂਦਾ ਜਾਂਦਾ ਪਤਾ ਕੀ ਕਹਿਣ ਲੱਗਾ? ਕਹਿਣ ਲੱਗਾ ਇਸ ਪੁਰੀ ਦੇ ਭਾਵ ਗੋਇੰਦਵਾਲ ਸਾਹਿਬ ਦੇ ਜਿਹੜੇ ਖੱਤਰੀ ਹੈ, ਇਹ ਮੇਰੇ ਤੋਂ ਡਰੇ ਨਹੀਂ ਤੇ ਇਹਨਾਂ ਮੈਨੂੰ ਮਾਇਆ ਨਹੀਂ ਦਿੱਤੀ। ਹਾਂਜੀ ਕਿਸ ਅਲੰਭ ਹੰਕਾਰ ਕਰਨ ਤੇ, ਵੱਡੇ ਆਪ ਤੇ ਕਿਸੈ ਲਖਨ ਤੇ। ਤੇ ਗੁਰੂ ਸਾਹਿਬ ਬਾਰੇ ਕਹਿੰਦਾ ਆਪਣੇ ਆਪ ਨੂੰ ਵੱਡੇ ਸਮਝਦੇ ਆ, ਹੰਕਾਰ ਕਰਦੇ ਆ। ਗੱਜ ਕੇ ਆਖੋ ਵਾਹਿਗੁਰੂ। ਉਹ ਤਾਂ ਹੈ ਹੀ ਵੱਡਿਆਂ ਦੇ ਵੱਡੇ ਪਾਤਸ਼ਾਹ, ਰੱਬ ਪਰਮੇਸ਼ਰ। ਬੀਰਬਲ ਤੇ ਕੀੜਾ ਵੀ ਨਹੀਂ ਹੈਗਾ ਮਹਾਰਾਜ ਦੇ ਸਾਹਮਣੇ ਜੀ। ਬੀਰਬਲ ਦੀ ਕੀ ਹਸਤੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਮਣੇ। ਕਹਿਣ ਲੱਗਾ ਪਤਾ ਨਹੀਂ ਕਿਹਦੇ ਆਸਰੇ ਇੰਨਾ ਹੰਕਾਰ ਕਰਦੇ ਆ। ਹਾਂਜੀ ਜਿਸ ਤੇ ਤਰਾਸ ਨਾ ਧਰੈ ਤੁਮਾਰੋ, ਕਹਾਂ ਕਿ ਹਮ ਤੇ ਲਿਹੋ ਆਹਾਰੋ। ਤੇ ਸਿਪਾਹੀ ਵੀ ਕਹਿਣ ਲੱਗੇ, ਕਹਿੰਦੇ ਜੀ ਬੀਰਬਲ ਜੀ ਗੱਲ ਤੁਹਾਡੀ ਠੀਕ ਹੈ, ਇਹਨਾਂ ਨੂੰ ਕਿਸੇ ਦੀ ਸ਼ਹਿ ਹੈਗੀ ਹੈ ਜਿਹਦੇ ਕਰਕੇ ਇਹ ਤੁਹਾਡੇ ਤੋਂ ਡਰਦੇ ਨਹੀਂ ਹੈ। ਕਹਿੰਦੇ ਪ੍ਰਸ਼ਾਦਾ ਛਕ ਲਓ, ਮਾਇਆ ਨਹੀਂ ਦੇਣੀ। ਹਾਂਜੀ
ਸੁਨ ਕਰ ਕਹਿਓ ਬੀਰਬਲ ਤਬੈ ਭਈ ਸ਼ੀਘਰ ਚਾਲੇ ਚੜ ਅਬੈ। ਤੇ ਬੀਰਬਲ ਸੁਣ ਕੇ ਕਹਿਣ ਲੱਗਾ ਕੋਈ ਗੱਲ ਨਹੀਂ, ਹੁਣ ਤੇ ਮੈਨੂੰ ਕਾਹਲੀ ਹੈ ਨਾ, ਹੁਣ ਮੈਨੂੰ ਛੇਤੀ ਜਾਣਾ ਪੈ ਰਿਹਾ। ਹਾਂਜੀ ਹਟ ਕੇ ਆਵੇਂ ਜਬ ਇਸ ਪੁਰ ਕੋ ਤਿਨੈ ਬਿਲੋਕਨ ਤਬ ਹਮ ਗੁਰ ਕੋ। ਕਹਿਣ ਲੱਗਾ ਜਦੋਂ ਮੈਂ ਜੰਗ ਜਿੱਤ ਕੇ ਵਾਪਸ ਆਵਾਂਗਾ ਨਾ, ਮੈਂ ਵੇਖਾਂਗਾ ਕੌਣ ਹੈ ਗੁਰੂ। ਗੱਜ ਕੇ ਆਖੋ ਵਾਹਿਗੁਰੂ। ਤੇ ਗੁਰੂ ਕੌਣ ਹੈ? ਭੱਟ ਜੀ ਕਹਿੰਦੇ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਗੁਰੂ ਤੇ ਆਪ ਰੱਬ ਪਰਮੇਸ਼ਰ ਹੈ। ਬੀਰਬਲ ਕਹਿੰਦਾ ਕੋਈ ਨਹੀਂ, ਜਦੋਂ ਵਾਪਸ ਆਵਾਂਗਾ ਫਿਰ ਮੈਂ ਵੇਖਾਂਗਾ ਕੌਣ ਹੈ। ਹਾਂਜੀ ਅਬ ਤੇ 10 ਗੁਣਾ ਧਨ ਲੇਹੇ। ਹੁਣ ਤੇ ਇੱਕ ਇੱਕ ਦਮੜਾ ਲੈਣਾ ਸੀ ਨਾ, ਜਦੋਂ ਮੈਂ ਵਾਪਸ ਆਵਾਂਗਾ ਇੱਕ ਇੱਕ ਜਣੇ ਕੋ 10-10 ਲਵਾਂਗਾ। ਕਹਿਣ ਲੱਗਾ 10 ਗੁਣਾ ਵੱਧ ਲਵਾਂਗਾ। ਹਾਂਜੀ ਅਪਰ ਸਜਾਏ ਕਛੂ ਇਨ ਦੇਹੇ। ਸਜਾ ਵੀ ਦਿਆਂਗਾ, ਮਾਰ ਕਟਾਪਾ ਵੀ ਕਰਾਂਗਾ। ਹਾਂਜੀ ਨਹਿ ਰਾਖੀ ਮੇਰੀ ਵਡਿਆਈ। ਇਹਨਾਂ ਮੇਰੀ ਇੱਜ਼ਤ ਹੀ ਨਹੀਂ ਰੱਖੀ। ਹਾਂਜੀ ਮਿਲੇ ਨਾ ਦਇਓ ਸਰਬ ਸਮਦਾਈ। ਚਲੋ ਮਾਇਆ ਦੇਣੀ ਤੇ ਗੱਲ ਵੱਖਰੀ, ਮੈਨੂੰ ਆ ਕੇ ਮਿਲੇ ਤੱਕ ਨਹੀਂ ਇਹ ਲੋਕ। ਹਾਂਜੀ ਇਮ ਇਕ ਨਰਸੋ ਭਾਖ ਪਠਾਇਓ ਆਪ ਅਰੂਡਿਓ ਪੰਥ ਸਿਧਾਇਓ। ਤੇ ਇੱਕ ਬੰਦੇ ਨੂੰ ਨਾ ਇਹਨੇ ਗੋਇੰਦਵਾਲ ਸਾਹਿਬ ਚ ਭੇਜਿਆ। ਇਹ ਆਖਿਆ ਵੀ ਕੋਈ ਗੱਲ ਨਹੀਂ, ਹੁਣ ਤੇ ਪੈਸੇ ਨਹੀਂ ਨਾ ਦਿੱਤੇ, ਮਾਇਆ ਨਹੀਂ ਦਿੱਤੀ, ਜਦੋਂ ਵਾਪਸ ਆਵਾਂਗਾ 10 ਗੁਣਾ ਵੱਧ ਲਵਾਂਗਾ, ਇਸ ਤਰ੍ਹਾਂ ਸਜਾ ਵੀ ਦਿਆਂਗਾ। ਇਹ ਕਹਿ ਕੇ ਤੇ ਆਪ ਚਲੇ ਗਿਆ ਬੀਰਬਲ ਜੀ। ਹਾਂਜੀ ਸ਼ੀਘਰ ਕਰਤ ਹੀ ਲਸ਼ਕਰ ਚਾਲਾ। ਬਸ ਛੇਤੀ ਛੇਤੀ ਬੀਰਬਲ ਨੇ ਫੌਜਾਂ ਦੜਾ ਦਿੱਤੀਆਂ ਜੀ ਆਪਣੀਆਂ। ਦੂਰ ਬਿਸਾਲ ਸਿਵਰ ਕੋ ਘਾਲਾ। ਤੇ ਬਹੁਤ ਦੂਰ ਤੰਬੂ ਤਾਂਬੂ ਸਭ ਕੁਝ ਚੁੱਕ ਕੇ ਲੈ ਗਏ ਜੀ ਆਪਣਾ ਉਹ। ਹਾਂਜੀ। ਸੋ ਨਰ ਚੱਲ ਕਰ ਗੁਰ ਢਿਗ ਆਇਓ। ਉਹ ਜਿਸ ਬੰਦੇ ਨੂੰ ਕਿਹਾ ਸੀ ਨਾ ਵੀ ਮੈਂ 10 ਗੁਣਾ ਵੱਧ ਮਾਇਆ ਲੈਣੀ ਹੈ, ਗੱਜ ਕੇ ਆਖੋ ਵਾਹਿਗੁਰੂ। ਉਹ ਬੰਦਾ ਮਹਾਰਾਜ ਸੱਚੇ ਪਾਤਸ਼ਾਹ ਕੋ ਅੰਮ੍ਰਿਤ ਵੇਲੇ ਆਇਆ ਜੀ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬੈਠੇ ਆ, ਉਹ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ। ਹਾਂਜੀ ਕਹਿਓ ਬੀਰਬਲ ਕੇਰ ਸੁਨਾਇਓ। ਜਿਵੇਂ ਮੂਰਖ ਬੀਰਬਲ ਨੇ ਕਿਹਾ ਸੀਗਾ ਸਜ਼ਾ ਦੇਣ ਬਾਰੇ, ਮਾਇਆ ਬਾਰੇ, ਉਹਨੇ ਗੱਲ ਗੁਰੂ ਸਾਹਿਬ ਨੂੰ ਦੱਸੀ ਜੀ। ਹਾਂਜੀ ਤੁਮ ਪਰ ਹੋਇਓ ਕ੍ਰੋਧ ਕਨੇਰੇ। ਕਹਿੰਦਾ ਸੱਚੇ ਪਾਤਸ਼ਾਹ ਮਹਾਰਾਜ ਉਹ ਤੁਹਾਡੇ ਤੇ ਬੜਾ ਗੁੱਸਾ ਕਰ ਰਿਹਾ ਸੀ। ਹੁਣ ਪਤਾ ਨਹੀਂ, ਦੱਸੋ ਬੀਰਬਲ ਹੈ ਹੀ ਕੀ ਮਹਾਰਾਜ ਦੇ ਸਾਹਮਣੇ ਜੀ? ਸੰਸਾਰੀ ਬੰਦਾ ਜੀ। ਤੇ ਗੁਰੂ ਸਾਹਿਬ ਕੌਣ ਹੈ? ਗੁਰੂ ਸਾਹਿਬ ਆਪ ਪਰਮੇਸ਼ਰ ਜੀ, ਸਤਿਗੁਰ ਪਰਮੇਸ਼ਰ ਮੇਰਾ। ਹਾਂਜੀ ਦਿਓ ਸਜਾਏ ਆਏ ਜਿਸ ਬੇਰੇ। ਮਹਾਰਾਜ ਉਹ ਕਹਿ ਰਿਹਾ ਜਦੋਂ ਮੈਂ ਵਾਪਸ ਆਵਾਂਗਾ ਸਜਾ ਵੀ ਦਿਆਂਗਾ। ਹਾਂਜੀ ਕਿਉਂ ਨਹਿ ਚਾਹਿਓ ਆਪਨ ਭਲੇਰਾ ਮਿਲੇ ਕਦੋਂ ਨਾ ਦੇ ਦਰਬ ਬਡੇਰਾ। ਅਸਲ ਚੋਂ ਬੀਰਬਲ ਦਾ ਬੰਦਾ ਸੀਗਾ ਜੀ। ਕਹਿੰਦਾ ਜੀ ਤੁਹਾਨੂੰ ਮਿਲ ਲੈਣਾ ਚਾਹੀਦਾ, ਤੁਸੀਂ ਕਿਉਂ ਖਤਰਾ ਲੈ ਰਹੇ ਹੋ? ਹਾਂਜੀ ਹਟ ਆਵਹਿ ਬਹੁਤ ਦੇਖ ਬਿਖਾਦਾ। ਜਦੋਂ ਬੀਰਬਲ ਵਾਪਸ ਆ ਗਿਆ ਉਹਨੇ ਬੜਾ ਝਗੜਾ ਕਰਨਾ, ਇੱਥੇ ਬੜਾ ਮਾਰ ਕਟਾਪਾ ਹੋਏਗਾ ਗੋਇੰਦਵਾਲ ਵਿੱਚ। ਕਰਹਿ ਕੈਦ ਧਨ ਦੇ ਬਹੁ ਬਾਦਾ। ਕੈਦ ਵੀ ਕਰੇਗਾ ਤੇ ਧਨ ਵੀ ਜ਼ਿਆਦਾ ਲਵੇਗਾ। ਤੁਹਾਨੂੰ ਤੇ ਦੋਹੀਂ ਪਾਸੇ ਮੁਸ਼ਕਲਾਂ ਆਉਣਗੀਆਂ। ਉਹਨੂੰ ਇਹ ਨਹੀਂ ਪਤਾ ਜਿਹੜਾ ਇਸ ਗੁਰੂ ਜੀ ਦਾ ਨਾਮ ਲਵੇ ਮੁਸ਼ਕਲ ਤੇ ਉਹਦੇ ਕੋਲ ਨਹੀਂ ਆਉਂਦੀ ਤੇ ਗੁਰੂ ਸਾਹਿਬ ਕੋ ਕਿੱਥੋਂ ਆਏਗੀ? ਜਿਸ ਦਾ ਸਾਹਿਬ ਡਾਢਾ ਹੋਏ ਤਿਸਨੋ ਮਾਰ ਨਾ ਸਕੈ ਕੋਏ। ਹਾਂਜੀ ਬੋਲੇ ਅਮਰ ਗੁਰੂ ਸੁਨ ਸੋਏ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਾਰੀ ਗੱਲ ਉਹਦੀ ਸੁਣੀ ਨੀ ਧਿਆਨ ਨਾਲ। ਹਾਂਜੀ ਇਹਾਂ ਨਾ ਆਵਨ ਇਸਕੋ ਹੋਏ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿਣ ਲੱਗੇ ਆਏਗਾ 10 ਗੁਣਾ ਮਾਇਆ ਲਏਗਾ, ਸਜਾ ਦੇਏਗਾ। ਇਹੋ ਕਹਿ ਕੇ ਗਿਆ ਨਾ, ਪਰ ਇਹ ਸਾਰਾ ਕੁਝ ਤਾਂ ਕਰੇਗਾ ਜੇ ਇੱਥੇ ਆਏਗਾ। ਮਹਾਰਾਜ ਕਹਿੰਦੇ ਇੱਥੇ ਆਇਆ ਹੀ ਨਹੀਂ ਜਾਣਾ ਉਹਦੇ ਕੋਲੋਂ। ਹਾਂਜੀ ਬਰਫ਼ ਸੰਗ ਤਿਹ ਠਾਂ ਘਰ ਜਾਏ। ਪਸ਼ਚਮ ਦੇ ਵਿੱਚ ਬਰਫ਼ ਪੈਂਦੀ ਹੈ, ਬਰਫੀਲਾ ਇਲਾਕਾ ਸੀਗਾ ਜੀ ਜਿੱਥੇ ਜਾ ਰਿਹਾ ਬੀਰਬਲ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਬਰਫ਼ ਦੇ ਵਿੱਚ ਉੱਥੇ ਹੀ ਗਲ ਜਾਵੇਗਾ। ਕਹਿਣ ਲੱਗੇ ਇੱਥੇ ਪਹੁੰਚੇਗਾ ਤੇ ਤਾਂ ਨਾ, ਇੱਥੇ ਤੇ ਪਹੁੰਚਣਾ ਹੀ ਨਹੀਂ ਉਹਨੇ। ਉਹ ਬਚਨ ਕਿਹਨੇ ਕੀਤਾ ਜੀ? ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜੀ। ਹਾਂਜੀ ਹੰਕਾਰੀ ਨਹਿ ਜੀਵਨ ਪਾਏ। ਮਹਾਰਾਜ ਕਹਿੰਦੇ ਉਹ ਹੰਕਾਰੀ ਜਿਉਂਦਾ ਹੀ ਨਹੀਂ ਰਹੇਗਾ।
ਹਉਮੈ ਵਾਲਾ ਜਿਉਂਦਾ ਹੀ ਨਹੀਂ ਰਹੇਗਾ ਤੇ ਧੱਕਾ ਕਿਹਦੇ ਨਾਲ ਕਰੇਗਾ। ਕਹਿਣ ਲੱਗੇ ਪਿਆਰਿਓ ਬੰਦਗੀ ਵਾਲੇ ਦਾ ਤੇ ਮੁੱਖ ਹੀ ਹਿਲਣਾ ਜੀ, ਤੇ ਕਰ ਰੱਬ ਨੇ ਦੇਣਾ ਜੀ ਸਾਰਾ ਕੁਝ। ਬਸ ਉਸੇ ਵੇਲੇ ਫੌਜਾਂ ਲੱਗ ਗਈਆਂ ਜੀ ਬੀਰਬਲ ਦੇ ਮਗਰ ਜੀ। ਹਾਂਜੀ, ਚਿਤਵਹਿ ਬੁਰਾ ਗੁਰੂ ਘਰ ਸੰਗ। ਗੁਰੂ ਘਰ ਦੇ ਨਾਲ ਬੁਰਾ ਚਿਤਵ ਰਿਹਾ, ਗੁਰੂ ਘਰ ਨਾਲ ਬੁਰਾ ਕਰ ਰਿਹਾ। ਹਾਂਜੀ, ਕਿਮ ਠਹਿਰ ਹੈ ਤੂਰਨ ਹੋਏ ਭੰਗ। ਗੁਰੂ ਘਰ ਨਾਲ ਬੁਰਾ ਕਰਨ ਵਾਲਾ ਜ਼ਿਆਦਾ ਚਿਰ ਨਹੀਂ ਟਿਕਦਾ, ਛੇਤੀ ਤਬਾਹ ਹੋ ਜਾਂਦਾ ਜੀ। ਇਹ ਕਿਹਦਾ ਬਚਨ ਹੈ? ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜੀ। ਤੇ ਹੁਣ ਇਹਨਾਂ ਬਚਨਾਂ ਤੇ ਭਰੋਸਾ ਰੱਖਿਆ ਕਰੋ। ਜਿਹੜੇ ਸ਼ਰਾਰਤਾਂ ਕਰਦੇ ਆ ਵੱਡੀਆਂ ਵੱਡੀਆਂ ਏਜੰਸੀਆਂ ਵਾਲੇ, ਉਹ ਥੋੜਾ ਸਮਾਂ ਹੀ ਹੁੰਦੇ ਆ ਜੀ। ਹਾਂਜੀ, ਇਮ ਕਹਿ ਤੂਸ਼ਨ ਭਏ ਗੁਸਾਈ। ਇਹ ਕਹਿ ਕੇ ਸੱਚੇ ਪਾਤਸ਼ਾਹ ਸ਼ਾਂਤ ਹੋ ਗਏ ਵੀ ਬੀਰਬਲ ਪਹੁੰਚੇਗਾ ਹੀ ਨਹੀਂ। ਹਾਂਜੀ, ਗਇਓ ਬਿਪਰ ਤੁਰਕਨ ਪਰਧਾਈ। ਉਧਰ ਬੀਰਬਲ ਬੜੇ ਮਾਣ ਦੇ ਨਾਲ ਤੁਰਕਾਂ ਨਾਲ ਜੰਗ ਕਰਨ ਗਿਆ ਜੀ। ਹਾਂਜੀ, ਇੱਕ ਦੋਏ ਜੰਗ ਅਖਾੜੇ ਭਏ। ਇੱਕ ਦੋ ਵਾਰੀ ਤੇ ਟੱਕਰ ਹੋਈ ਜੀ, ਇਧਰੋਂ ਬੀਰਬਲ ਦੀਆਂ ਫੌਜਾਂ ਦੀ, ਉਧਰੋਂ ਤੁਰਕਾਂ ਦੀ ਫੌਜਾਂ ਦੀ ਜੀ। ਹਾਂਜੀ, ਬਰਫ਼ ਗਿਰਨ ਮੈਂ ਸਭ ਧਸ ਗਏ। ਕੱਚ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਬਸ ਉਹ ਸੱਚੇ ਪਾਤਸ਼ਾਹ ਜੀ ਦਾ ਬਚਨ ਪੂਰਾ ਹੋਇਆ ਜੀ। ਬਰਫ਼ ਐਸਾ ਗਲੇਸ਼ੀਅਰ ਉੱਥੇ ਫਟਿਆ, ਬੀਰਬਲ ਤੇ ਬੀਰਬਲ ਦੀਆਂ ਫੌਜਾਂ ਵਿੱਚ ਹੀ ਧਸ ਗਈਆਂ ਜੀ। ਉੱਥੇ ਜੀ ਗਲੇਸ਼ੀਅਰ ਫਟ ਗਿਆ ਜੀ ਉੱਥੇ। ਹਾਂਜੀ, ਨਾਕ ਸੀਤ ਤੇ ਠਰ ਗਿਰ ਪਰਿਓ। ਦੁੰਦਪ ਬਜੈ ਬਜਾਵਨ ਕਰਿਓ। ਨਗਾਰੇ ਵੱਜੇ ਹੀ ਰਹਿ ਗਏ ਜੀ, ਵੱਜੇ ਹੀ ਰਹਿ ਗਏ ਜੀ, ਫਾਇਦਾ ਹੀ ਕੋਈ ਨਹੀਂ ਹੋਇਆ ਜੀ। ਤੇ ਬੀਰਬਲ ਠੰਡ ਦੇ ਨਾਲ ਠਰ ਕੇ ਡਿੱਗ ਪਿਆ ਤੇ ਮਰ ਗਿਆ। ਉਧਰ ਪਸ਼ਚਮ ਤੇ ਤੁਰਕਾਂ ਦੀ ਜਿੱਤ ਹੋ ਗਈ ਜੀ। ਹੋ ਸਕਦਾ ਸੀ ਬੀਰਬਲ ਜਿੱਤ ਜਾਂਦਾ, ਪਰ ਕਿਵੇਂ? ਲੰਘ ਤੇ ਰਿਹਾ ਹੀ ਸੀ ਜੇ ਸਤਿਗੁਰੂ ਜੀ ਦਾ ਆਸ਼ੀਰਵਾਦ ਲੈ ਜਾਂਦਾ ਜੀ। ਜਾ ਤੇ ਰਿਹਾ ਸੀਗਾ। ਮਹਾਰਾਜਾ ਰਣਜੀਤ ਸਿੰਘ ਬੜੀ ਵੱਡੀ ਜੰਗ ਤੇ ਚੱਲਾ ਸੀਗਾ, ਤੇ ਰਸਤੇ 'ਚ ਤਰਨ ਤਾਰਨ ਦਰਬਾਰ ਸਾਹਿਬ ਆਇਆ। ਉਹਨੇ ਬੜਾ ਨੀਵਾਂ ਹੋ ਕੇ ਨਮਸਕਾਰ ਕੀਤੀ, ਅਰਦਾਸ ਕੀਤੀ, ਉਹ ਜੰਗ ਜਿੱਤ ਗਿਆ। ਇੱਕ ਵਾਰੀ ਉਹ ਜਾ ਰਿਹਾ ਤੇ ਰਸਤੇ 'ਚ ਫਕੀਰ ਬੈਠਾ ਸੀਗਾ। ਉਹ ਫਕੀਰ ਸਾਈਂ ਨੂੰ ਕਹਿਣ ਲੱਗਾ, ਫਕੀਰ ਜੀ ਮੈਂ ਜੰਗ ਜਿੱਤਣੀ, ਮੇਰੇ ਤੇ ਕਿਰਪਾ ਕਰਿਓ, ਮੈਂ ਜੰਗ ਜਿੱਤ ਜਾ। ਉਹ ਕਹਿੰਦੇ ਜਿੱਤ ਜਾਏਗਾ। ਤੇ ਜਦੋਂ ਜਿੱਤ ਕੇ ਵਾਪਸ ਆਇਆ ਕਹਿੰਦਾ ਮੰਗੋ ਕੀ ਚਾਹੀਦਾ। ਉਹ ਕਹਿੰਦੇ ਲੰਘਣ ਲੱਗਾ ਤੇ ਮੰਗਤਾ ਬਣਿਆ ਸੀ, ਹੁਣ ਦਾਤਾ ਬਣ ਗਿਆ। ਗੱਜ ਕੇ ਆਖੋ ਉਦੋਂ ਤਾਂ ਤੂੰ ਸਾਡੇ ਕੋਲ ਮੰਗ ਰਿਹਾ ਸੀ ਤੇ ਹੁਣ ਸਾਨੂੰ ਦੇਣ ਦਾ ਆ ਗਿਆ। ਪਰ ਬੀਰਬਲ ਵੀ ਜਿੱਤ ਸਕਦਾ ਸੀ ਜੇ ਉਹ ਮਹਾਰਾਜ ਨੂੰ ਨਿਮਰਤਾ ਨਾਲ ਆ ਕੇ ਮਿਲਦਾ। ਕੀ ਪਤਾ ਮਹਾਰਾਜ ਕਿਹੜਾ ਬਚਨ ਕਰ ਦਿੰਦੇ, ਪਰ ਉਹ ਆਕੜ ਗਿਆ ਜੀ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਮੁਖ ਲਾਇਆ। ਉੱਥੇ ਹੀ ਗਲ ਗਿਆ ਜੀ। ਫਿਰ ਤੇ ਲੋਕੀ ਐਵੇਂ ਹੀ ਬੀਰਬਲ ਨੂੰ ਮਸ਼ਹੂਰ ਕਰੀ ਜਾਂਦੇ ਵੀ ਬੀਰਬਲ ਬੜਾ ਚੰਗਾ ਬੰਦਾ। ਕਿੱਥੋਂ ਚੰਗਾ ਜੀ, ਇਹ ਤੇ ਮੂਰਖ ਹੈਗਾ ਸਿਰੇ ਦਾ ਜੀ। ਹਾਂਜੀ, ਭਈ ਬਰਫ਼ ਨਭ ਬਰਖਾ ਕਨੀ। ਆਕਾਸ਼ ਤੋਂ ਵੀ ਬੜੀ ਬਰਫ਼ ਡਿੱਗੀ ਜੀ ਉੱਥੇ ਜੀ। ਹਾਂਜੀ, ਦਬਿਓ ਬੀਰਬਲ ਜੁੱਤ ਸਭ ਅਨੀ। ਬਸ ਬੀਰਬਲ ਫੌਜਾਂ ਦੇ ਸਮੇਤ ਹੀ ਦੱਬਿਆ ਗਿਆ ਜੀ ਉੱਥੇ। ਹਾਂਜੀ, ਗੁਰ ਕੋ ਬਾਕ ਸਦਾ ਸੁਫ ਲਾਵੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਪਿਆਰਿਓ ਗੁਰੂ ਜੀ ਦਾ ਬਚਨ ਸਦਾ ਸਫਲ ਹੁੰਦਾ ਤੇ ਗੁਰੂ ਜੀ ਦੇ ਬਚਨ ਨੂੰ ਭਾਗ ਲੱਗਦੇ ਆ। ਹਾਂਜੀ, ਨਹੀਂ ਸੁਰਾਸੁਰ ਕੋ ਉਲਟਾਵੇ। ਕਹਿੰਦੇ ਦੇਵਤੇ ਤੇ ਰਾਖਸ਼ ਕੋਈ ਵੀ ਸਤਿਗੁਰੂ ਜੀ ਦਾ ਬਚਨ ਉਲਟਾ ਨਹੀਂ ਸਕਦਾ ਜੀ। ਬਸ ਹੁੰਦਾ ਹੀ ਉਹ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਕਹਿ ਦੇਣ ਜੀ। ਕਿਉਂ? ਕਿਉਂਕਿ ਗੁਰੂ ਸਾਹਿਬ ਆਪ ਰੱਬ ਹਨ। ਆਓ ਸਾਰੇ ਪ੍ਰੇਮ ਨਾਲ ਕਹੋ। ਅੱਜ ਮਹਾਰਾਜ ਦਾ ਜੋਤੀ ਜੋਤ ਹੈ ਨਾ, ਸ੍ਰੀ ਗੁਰੂ ਅਮਰਦਾਸ ਜੀ ਦਾ। ਅੱਜ ਦੇ ਦਿਨ ਮਹਾਰਾਜ ਨੇ ਸਰੀਰ ਤਿਆਗਿਆ ਤੇ ਬਾਣੀ ਕਹਿ ਰਹੀ ਹੈ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ,
ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਤੇ ਜਿਹੜਾ ਪਰਮੇਸ਼ਰ ਨਾਲ ਲਵੇ ਪੰਗਾ ਉਹ ਜਿਉਂਦਾ ਰਹਿ ਸਕਦਾ ਜੀ? ਨਹੀਂ, ਉਹਦੇ ਨਾਲ ਪੰਗਾ ਲੈਣ ਵਾਲੇ ਰਹੇ ਹੀ ਕੋਈ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਕੌਣ ਹਨ? ਆਪ ਪਰਮੇਸ਼ਰ ਹੀ ਧਰਤੀ ਤੇ ਆਏ ਹੈ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਦੇਵਤੇ ਵੀ ਸੱਚੇ ਪਾਤਸ਼ਾਹ ਜੀ ਦਾ ਬਚਨ ਟਾਲ ਨਹੀਂ ਸਕਦੇ। ਹਾਂਜੀ। ਦੋਹਰਾ। ਇੱਕ ਦਿਨ ਸਤਿਗੁਰੂ ਨਿਸਾ ਮਹਿ ਸਹਿਜਾ ਪਰ ਸੁਪਤਾਏ। ਹੁਣ ਕਵੀ ਜੀ ਜਿਹੜੀ ਕਥਾ ਲਿਖਦੇ ਬੜੇ ਧਿਆਨ ਨਾਲ ਸੁਣਿਓ। ਇੱਕ ਦਿਨ ਸੱਚੇ ਪਾਤਸ਼ਾਹ ਸਹਿਜ ਸੁਭਾਅ ਆਰਾਮ ਕਰ ਰਹੇ ਸਨ, ਆਪਣੀ ਸੇਜਾ ਤੇ ਪਲੰਗੇ ਤੇ ਆਰਾਮ ਕਰ ਰਹੇ ਰਾਤ ਨੂੰ। ਹਾਂਜੀ। ਕੂਕ ਪੁਕਾਰੀ ਨਾਰ ਇੱਕ ਸਗਰੀ ਪੁਰੀ ਸੁਨਾਏ। ਇੱਕ ਇਸਤਰੀ ਰੋਣ ਲੱਗ ਪਈ ਜੀ, ਬੜਾ ਰੋਈ ਜੀ, ਇੰਨਾ ਉੱਚੀ ਉੱਚੀ ਰੋਈ, ਉੱਚੀ ਉਹਨੇ ਧਾ ਮਾਰੀ, ਸਾਰੇ ਗੋਇੰਦਵਾਲ ਸਾਹਿਬ ਚ ਆਵਾਜ਼ ਗਈ ਜੀ ਉਹਦੀ। ਹਾਂਜੀ। ਚੌਪਈ ਗੁਰ ਕੇ ਖੁੱਲੇ ਸੁਨਤ ਹੀ ਨੈਣ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੰਨਾਂ 'ਚ ਆਵਾਜ਼ ਪਈ ਉਸ ਮਾਈ ਦੇ ਰੋਣ ਦੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਖੋਲੇ ਜੀ ਆਪਣੇ। ਬੋਲੇ ਦਾਸ ਸੰਗ ਸੁਖ ਦੈਨ। ਭਾਈ ਬੱਲੂ ਜੀ ਮਹਾਰਾਜ ਦੇ ਨੇੜੇ ਰਹਿੰਦੇ ਸੀਗੇ। ਮਹਾਰਾਜ ਨੇਤਰ ਖੋਲ ਕੇ ਸੇਵਕ ਨੂੰ ਕਹਿਣ ਲੱਗੇ। ਹਾਂਜੀ। ਕੌਣ ਅਚਾਨਕ ਕੀਨ ਪੁਕਾਰੀ। ਮਹਾਰਾਜ ਕਹਿੰਦੇ ਅੱਧੀ ਰਾਤ ਦਾ ਸਮਾਂ, ਉਧਰੋਂ ਅੰਮ੍ਰਿਤ ਵੇਲਾ ਹੋ ਰਿਹਾ, ਕੌਣ ਇਸ ਟਾਈਮ ਰੋ ਰਿਹਾ, ਇਸ ਸਮੇਂ ਕੌਣ ਰੋ ਰਿਹਾ? ਕਿਸ ਤੇ ਦੁੱਖ ਪਾਇਓ ਇਸ ਨਾਰੀ। ਆਵਾਜ਼ ਤੇ ਔਰਤ ਦੀ ਹੈ, ਇਹਨੂੰ ਕਿੰਨੇ ਦੁਖੀ ਕੀਤਾ? ਮਹਾਰਾਜ ਕਹਿਣ ਲੱਗੇ। ਹਾਂਜੀ। ਸੁਨ ਬੱਲੂ ਨੇ ਤਬੈ ਬਤਾਈ। ਤੇ ਭਾਈ ਬੱਲੂ ਜੀ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਪੁੱਤਰ ਪੁੱਤਰ ਕਹਿ ਕੋ ਬਿਲ ਲਾਈ। ਮਹਾਰਾਜ ਹਾਏ ਮੇਰਾ ਪੁੱਤ, ਹਾਏ ਮੇਰਾ ਪੁੱਤ ਕਹਿ ਰਹੀ ਹੈ। ਹਾਂਜੀ। ਕਹਾਂ ਭਇਓ ਕੁਛ ਜਾਏ ਨਾ ਜਾਨਾ। ਮਹਾਰਾਜ ਸਮਝ ਨਹੀਂ ਆ ਰਹੀ ਵੀ ਕੀ ਗੱਲ ਹੋਈ ਹੈ। ਹਾਂਜੀ। ਨੰਦਨ ਦੁਖੀ ਕੇ ਹੱਥ ਭਾ ਪ੍ਰਾਨਾ। ਪੁੱਤਰ ਦੁਖੀ ਹੈ ਜਾਂ ਪੁੱਤਰ ਮਰ ਗਿਆ ਇਹਦਾ? ਮਹਾਰਾਜ ਪਤਾ ਨਹੀਂ ਹੈ ਇਸ ਗੱਲ ਦਾ। ਹਾਂਜੀ। ਸਤਿਗੁਰ ਕਹਿਓ ਜਾਏ ਸੁਧ ਆਨੋ। ਵਾਹ ਵਾਹ। ਵੇਖੋ ਮਹਾਰਾਜ ਕਿਸੇ ਨੂੰ ਦੁਖੀ ਨਹੀਂ ਵੇਖ ਸਕਦੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਬੱਲੂ ਜਾਓ ਪਤਾ ਲੈ ਕੇ ਆਓ। ਕਹਿਣ ਲੱਗੇ ਕੀ ਗੱਲ ਹੋਈ ਹੈ? ਹਾਂਜੀ। ਭਾਈ ਦੁਖੀ ਕਿਮ ਹਮੈ ਬਖਾਨੋ। ਇਹ ਦੁਖੀ ਕਿਉਂ ਹੈ, ਸਾਨੂੰ ਦੱਸੋ। ਮਹਾਰਾਜ ਕਹਿਣ ਲੱਗੇ ਸੁਨ ਆਇਸ ਬੱਲੂ ਚਲ ਗਇਓ। ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਭਾਈ ਬੱਲੂ ਜੀ ਉਸੇ ਵੇਲੇ ਗਏ ਜੀ। ਹਾਂਜੀ। ਮਿਰਤਕ ਪੁੱਤਰ ਤੇ ਦੇਖਤ ਭਇਓ। ਮਾਈ ਦੇ ਘਰ ਦੇ ਬਾਹਰ ਕੁਝ ਸਰੀਰ ਇਕੱਠੇ ਹੋਏ ਸਨ, ਤੇ ਉਸ ਮਾਤਾ ਦਾ ਪੁੱਤਰ ਜਿਹੜਾ ਸੀਗਾ ਉਹ ਜਵਾਨ ਸੀਗਾ ਤੇ ਚੜ੍ਹਾਈ ਕਰ ਗਿਆ ਸੀਗਾ ਜੀ। ਜਵਾਨ ਪੁੱਤ ਮਰ ਗਿਆ ਉਹਦਾ। ਹਾਂਜੀ। ਸਭ ਬਿਦ ਬੂਝ ਗੁਰੂ ਢਿਗ ਕਹਿਓ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਭਾਈ ਬੱਲੂ ਜੀ ਆ ਕੇ ਸਾਰੀ ਗੱਲ ਦੱਸਦੇ ਆ। ਤ੍ਰਿਐ ਵਿਧਵਾ ਕੇ ਇੱਕ ਸੁਤ ਰਹਿਓ। ਸੱਚੇ ਪਾਤਸ਼ਾਹ ਇਸਤਰੀ ਦਾ ਪਤੀ ਨਹੀਂ ਸੀ ਹੈਗਾ, ਵਿਧਵਾ ਸੀਗੀ, ਇੱਕ ਪੁੱਤਰ ਆਸਰਾ ਸੀ, ਮਹਾਰਾਜਾ ਜੋ ਵੀ ਮਰ ਗਿਆ ਹੈ। ਪਿਆਰਿਓ
ਇਕ ਨਾ ਦੇ ਕਰ ਪੁੱਤ ਪੁੱਤਾਂ ਘਰ ਪੋਤਰੇ, ਇਕ ਨਾ ਦੇ ਕਰ ਧੀ ਧੀਆਂ ਘਰ ਦੋਤਰੇ, ਇਕ ਨਾ ਦੇ ਕਰ ਇੱਕ ਉਹ ਵੀ ਜਾਏ ਮਰ, ਵਰੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਤੇ ਇੰਜ ਕਰ। ਇੱਕ ਹੀ ਪੁੱਤ ਹੈ, ਮਹਾਰਾਜ ਉਹ ਚਾਲਾ ਮਾਰ ਗਿਆ। ਹਾਂਜੀ, ਤੇਈਏ ਤਾਪ ਖੇਦ ਤਿਸ ਦੈਕੈ। ਜਿਵੇਂ ਅੱਜ ਕਰੋਨਾ ਚੱਲਿਆ, ਉਸ ਜ਼ਮਾਨੇ 'ਚ ਤੇਈਆ ਤਾਪ ਚੱਲਿਆ ਸੀਗਾ ਜੀ। ਹਰ ਤੀਜੇ ਦਿਨ ਬੁਖਾਰ ਚੜ੍ਹਦਾ ਸੀਗਾ, ਔਰ ਐਸਾ ਬੁਖਾਰ ਚੜ੍ਹਦਾ ਸੀਗਾ ਉਹ ਬੰਦੇ ਨੂੰ ਮਾਰ ਸੁੱਟਦਾ ਸੀਗਾ ਜੀ। ਮਹਾਰਾਜ ਤੇਈਆ ਤਾਪ ਚੜ੍ਹਿਆ ਸੀਗਾ। ਹਾਂਜੀ, ਕਰਿਓ ਮਿਰਤਕ ਬਹੁ ਨਿਰਬਲ ਕਹਿ ਕੈ। ਉਹਦਾ ਪੁੱਤਰ ਮਾਈ ਦਾ ਨੌਜਵਾਨ ਸੀ, ਪਰ ਕਮਜ਼ੋਰ ਬੜਾ ਹੋ ਗਿਆ ਤੇ ਮਹਾਰਾਜ ਮਰ ਗਿਆ ਜੀ। ਹਾਂਜੀ, ਸੁਨ ਗੁਰ ਕਹਿਓ ਪ੍ਰਾਤ ਜਬ ਹੋਏ। ਸੁਣ ਗੁਰ ਕਹਿਓ ਪ੍ਰਾਤ ਜਬ ਹੋਏ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਜਦੋਂ ਸਵੇਰ ਹੋਏਗੀ ਨਾ, ਹਾਂਜੀ, ਮਰਿਓ ਪੁੱਤਰ ਤਿਸ ਜੀਵਤ ਹੋਏ। ਗੱਜ ਕੇ ਆਖੋ, ਉਹਦਾ ਮਰਿਆ ਪੁੱਤਰ ਜਿੰਦਾ ਹੋ ਜਾਏਗਾ, ਜਿੰਦਾ ਕਰ ਦਿਆਂਗੇ ਕਹਿਣ ਲੱਗੇ। ਹਾਂਜੀ, ਅਬ ਕਹਿ ਦਿਓ ਨਾ ਕਰੈ ਬਿਰਲਾਪ। ਪਰ ਹੁਣ ਅੰਮ੍ਰਿਤ ਵੇਲਾ ਸ਼ੁਰੂ ਹੋ ਗਿਆ, ਉਹਨੂੰ ਆਖੋ ਹੁਣ ਨਾ ਰੋਵੇ। ਅੰਮ੍ਰਿਤ ਵੇਲੇ ਕੀ ਕਰਨਾ ਚਾਹੀਦਾ ਜੀ? ਵਾਹਿਗੁਰੂ ਸਿਮਰਨ ਕਰਨਾ, ਭਜਨ ਕਰਨਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਮਹਾਰਾਜ ਕਹਿੰਦੇ ਹੁਣ ਅੰਮ੍ਰਿਤ ਵੇਲਾ, ਉਹਨੂੰ ਕੋ ਇੰਜ ਨਾ ਕਰੇ। ਬੰਦ ਹੈ ਕੈਦ ਜੇ ਤਈਆ ਤਾਪ। ਉਹ ਜਿਹੜਾ ਤਈਆ ਬਹੁਤਾ ਦੁਖੀ ਕਰਨ ਦਿਆ ਨਾ, ਮਹਾਰਾਜ ਕਹਿੰਦੇ ਉਹਨੂੰ ਕੈਦ ਹੀ ਕਰ ਲੈਣਾ ਅਸੀਂ। ਗੁਰੂ ਦੇ ਹੱਥ ਵੱਸ ਹੈ ਨਾ ਸਾਰਾ ਕੁਝ। ਹਾਂਜੀ, ਸੁਨ ਬੱਲੂ ਨੇ ਜਾਏ ਹਟਾਈ। ਭਾਈ ਬੱਲੂ ਜੀ ਨੇ ਉਸ ਔਰਤ ਨੂੰ ਜਾ ਕੇ ਰੋਕਿਆ ਵੀ ਰੋ ਨਾ। ਹਾਂਜੀ, ਭਈ ਭੋਰ ਸੁਤ ਮਿਰਤ ਲੈ ਆਈ। ਉਹਨੂੰ ਵੀ ਮਹਾਰਾਜ ਤੇ ਭਰੋਸਾ ਸੀ ਵੀ ਜੇ ਸਤਿਗੁਰੂ ਜੀ ਨੇ ਕਹਿਤਾ ਤਾਂ ਫਿਰ ਸਮਝੋ ਪੁੱਤ ਜਿਉਂਦਾ ਹੋਇਆ ਹੀ। ਲਓ ਜੀ, ਉਹ ਚੁੱਪ ਹੋ ਗਈ। ਦਿਨ ਚੜ੍ਹਿਆ, ਕੁਝ ਪੁਰਸ਼ਾਂ ਨੂੰ ਨਾਲ ਲੈ ਕੇ ਉਹ ਆਪਣੇ ਪੁੱਤਰ ਦੀ ਲਾਸ਼ ਲੈ ਆਈ ਜੀ। ਹਾਂਜੀ, ਉੱਠ ਸਤਿਗੁਰ ਤੇ ਚਰਨ ਲਗਾਇਓ। ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਬੱਲੂ ਜੀ ਕਹਿਣ ਲੱਗੇ ਦਿਨ ਚੜੇ। ਮਹਾਰਾਜ ਉਹ ਮਾਈ ਆਈ ਹੈ ਜਿਹਦਾ ਪੁੱਤਰ ਚੜ੍ਹਾਈ ਕੀਤਾ ਸੀ ਰਾਤੀ, ਅੰਮ੍ਰਿਤ ਵੇਲੇ ਰੋਣ ਤੋਂ ਮਨਾ ਕੀਤਾ ਸੀ ਤੁਸੀਂ। ਮਹਾਰਾਜ ਕਹਿਣ ਲੱਗੇ ਅੱਛਾ। ਜਿੱਥੇ ਲਾਸ਼ ਸੀ ਨਾ, ਉੱਥੇ ਆਪ ਰੱਬ, ਆਪ ਪਰਮੇਸ਼ਰ, ਆਪ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਤੁਰ ਕੇ ਗਏ ਜੀ ਉਸ ਪਾਸੇ ਜੀ। ਪ੍ਰੇਮੀ ਸੇਵਕ ਨਾਲ ਤੁਰ ਪਏ ਜੀ। ਤੇ ਜਦੋਂ ਮਹਾਰਾਜ ਗਏ, ਲਾਸ਼ ਪਈ ਸੀ। ਧੰਨ ਗੁਰੂ ਨਾਨਕ, ਵਾਹਿਗੁਰੂ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੇ ਸਰੀਰ ਨੂੰ ਆਪਣਾ ਚਰਨ ਨਹੀਂ ਲਾਇਆ ਜੀ, ਹੱਥ ਵੀ ਨਹੀਂ ਲਾਇਆ ਜੀ। ਉਹਦੇ ਸਰੀਰ ਨੂੰ ਆਪਣਾ ਚਰਨ ਲਾਇਆ ਜੀ। ਹਾਂਜੀ, ਤੂਰਨ ਬਾਲਕ ਤਬੈ ਜਿਵਾਇਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਸ ਉਸੇ ਵੇਲੇ ਹੀ ਉਹ ਨੌਜਵਾਨ ਬੱਚਾ ਜਿਉਂਦਾ ਹੋ ਗਿਆ ਜੀ। ਉਸੇ ਵੇਲੇ ਤੁਸੀਂ ਮੰਨੋ ਵੀ ਗੁਰੂ ਸਾਹਿਬ ਦੇ ਵਿੱਚ ਕਿੰਨੀ ਤਾਕਤ ਹੈਗੀ ਹੈ ਜੀ। ਜਿਹਨੂੰ ਚਾਹਵੇ ਰੱਖ ਲੈਣ, ਜਿਹਨੂੰ ਚਾਹਵੇ ਮਾਰ ਦੇਣ। ਗੁਰੂ ਦੇ ਇੱਕ ਫੁਰਨੇ ਦੀ ਖੇਡ ਹੈਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਬੱਚਾ ਉਸੇ ਵੇਲੇ ਹੀ ਉੱਠ ਕੇ ਬੈਠ ਗਿਆ ਜੀ। ਹਾਂਜੀ, ਪੁੰਨ ਗੁਰ ਤੇਈਏ ਤਾਪ ਹਕਾਰਿਓ। ਤਿਸ ਕੋ ਬਾਲਕ ਸਮ ਤਨ ਧਾਰਿਓ। ਗੱਜ ਕੇ ਆਖੋ। ਬਾਅਦ ਚੋਂ ਮਹਾਰਾਜ ਆਪਣੇ ਆਸਣ ਤੇ ਬੈਠੇ ਤੇ ਗੁਰੂ ਸਾਹਿਬ ਨੇ ਤਈਏ ਨੂੰ ਆਵਾਜ਼ ਮਾਰੀ ਜੀ। ਆ ਇੱਕ ਉਹ ਕਰੋਨਾ ਦਾ ਵਿਖਾਉਂਦੇ ਨਾ, ਗੋਲ ਗੋਲ ਜਿਹਾ ਤਿੱਖਾ ਤਿੱਖਾ ਜਿਹਨੂੰ ਸੂਈਆਂ ਦੀਆਂ ਲੱਗੀਆਂ, ਸਾਈਨ ਬਣਾਇਆ ਕਰੋਨਾ ਦਾ ਜੀ। ਹਾਂਜੀ, ਤੇ ਉਹ ਹੈ ਤੇ ਬਿਮਾਰੀ ਹੈ, ਇੱਕ ਉਹਦਾ ਕੀਟਾਣੂ ਬਣਾਇਆ ਵੀ ਇਹ ਕੀਟਾਣੂ ਹੈ। ਉਹ ਕਿਹੜਾ ਅੰਦਰ ਕਿਸੇ ਨੇ ਉਸ ਤਰ੍ਹਾਂ ਜਾ ਕੇ ਉਹਨੂੰ ਵੇਖਿਆ, ਨਿਹਾਰਿਆ। ਇੱਕ ਡਾਕਟਰਾਂ ਨੇ ਸੂਚਕ ਬਣਾਇਆ ਜੀ। ਤੇ ਗੁਰੂ ਸਾਹਿਬ ਚਾਹੁਣ ਤੇ ਕਰੋਨਾ ਵੀ ਸਰੀਰ ਧਾਰ ਕੇ ਗੁਰੂ ਕੋਲ ਆ ਜਾਏ ਜੀ। ਇਹ ਕੀ ਚੀਜ਼ ਹੈਗਾ ਜੀ। ਗੁਰੂ ਸਾਹਿਬ ਨੇ ਤਈਏ ਨੂੰ ਆਵਾਜ਼ ਮਾਰੀ। ਤਈਆ ਤਾਪ ਇੱਕ ਬਾਲਕ ਦਾ ਰੂਪ ਧਾਰਨ ਕਰਕੇ ਆ ਗਿਆ। ਹੁਣ ਕਈ ਤਰਕ ਕਰ ਦੇਣਗੇ ਇਹ ਕਿਵੇਂ ਹੋ ਸਕਦਾ ਹੈ। ਅਸਲ 'ਚ ਉਹਨਾਂ ਨੂੰ ਪਤਾ ਨਹੀਂ ਵੀ ਮਹਾਰਾਜ ਹੈ ਕੌਣ ਨੇ। ਕੌਣ ਨੇ? ਸਤਿਗੁਰ ਪਰਮੇਸ਼ਰ ਮੇਰਾ,
ਸਤਿਗੁਰ ਪਰਮੇਸ਼ਰ ਮੇਰਾ। ਸਤਿਗੁਰ ਪਰਮੇਸ਼ਰ ਮੇਰਾ। ਸਤਿਗੁਰ ਪਰਮੇਸ਼ਰ ਮੇਰਾ। ਸਤਿਆ ਤਈਏ ਤਾਪ ਨੂੰ ਉਹ ਬਾਲਕ ਬਣ ਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਜੀ। ਹਾਂਜੀ, ਚਰਨ ਜੰਜੀਰ ਡਾਰ ਕਰ ਦੀਨ। ਗੁਰੂ ਸਾਹਿਬ ਦੇ ਸਾਹਮਣੇ ਕੋਈ ਦੁੱਖ ਰੋਗ ਬਿਮਾਰੀ ਨਾ ਖੜੀ ਨਹੀਂ ਹੋ ਸਕਦੀ ਜੀ। ਮਹਾਰਾਜ ਕਹਿਣ ਲੱਗੇ ਨੂੰ ਜੰਜੀਰਾਂ ਪਾਓ, ਉਹਨੂੰ ਬੇੜੀਆਂ ਪਾ ਦਿੱਤੀਆਂ ਜੀ। ਹਾਂਜੀ, ਗਰਮ ਹੈ ਤੌਕ ਪਾਇਬੋ ਕੀਨ। ਤੇ ਗਲੇ ਵਿੱਚ ਵੀ ਸੰਗਤ ਜੀ ਉਹਦੇ ਜੰਜੀਰਾਂ ਪਾਤੀਆਂ, ਇੱਕ ਪਟਾ ਪਾ ਦਿੱਤਾ ਉਹਦੇ ਗਲੇ ਵਿੱਚ ਜੀ। ਹਾਂਜੀ, ਜੁਗ ਹੱਥਨ ਮੈਂ ਡਾਰ ਹਥੌਰੀ। ਉਹਦੇ ਹੱਥਾਂ ਵਿੱਚ ਵੀ ਹੱਥ ਕੜੀ ਲਾ ਦਿੱਤੀ ਜੀ ਮਹਾਰਾਜ ਨੇ। ਹਾਂਜੀ, ਲੋਹ ਪਿੰਜਰੇ ਮੈਂ ਤਿਸ ਠੌਰੀ। ਤੇ ਲੋਹੇ ਦੇ ਪਿੰਜਰੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਕੈਦ ਕਰਵਾ ਦਿੱਤਾ ਜੀ। ਮਹਾਰਾਜ ਕਹਿੰਦੇ ਪਾ ਦਿਓ ਇਹਨੂੰ। ਤਈਆ ਤਾਪ ਲੋਕਾਂ ਨੂੰ ਤੰਗ ਕਰਦਾ ਜੀ। ਹਾਂਜੀ, ਪਾਏ ਬੀਚ ਨਿਜ ਪੌਰ ਟਿਕਾਇਓ। ਤੇ ਮਹਾਰਾਜ ਨੇ ਰਖਾਇਆ ਕਿੱਥੇ ਪਿੰਜਰਾ? ਦਰਵਾਜ਼ੇ ਦੇ ਵਿੱਚ ਰਖਾਤਾ ਜੀ। ਹਾਂਜੀ, ਕਹਿਓ ਗੁਰੂ ਇਨ ਤਰਾਸ ਨਾ ਪਾਇਓ। ਮਹਾਰਾਜ ਕਹਿਣ ਲੱਗੇ ਲੋਕ ਡਰਦੇ ਨਾ ਤਈਏ ਤੋਂ। ਉਹ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਰੱਖ ਦਿਓ, ਆਉਂਦੇ ਜਾਂਦੀਆਂ ਸੰਗਤਾਂ ਵੇਖਣਗੀਆਂ, ਉਹਨਾਂ ਨੂੰ ਪਤਾ ਲੱਗ ਜੂ ਤਈਏ ਨੂੰ ਤੇ ਗੁਰੂ ਨੇ ਬੰਨ੍ਹ ਕੇ ਰੱਖਿਆ ਜੀ। ਪਤਾ ਲੱਗ ਜੂ ਜੀ। ਹਾਂਜੀ, ਆਨ ਅਵਗਿਆ ਪੁਰ ਮਹਿਕੀਨ। ਵਿਧਵਾ ਕੋ ਬਾਲਕ ਹੱਥ ਦੀਨ। ਇਹਨੇ ਸਾਡੀ ਨਗਰੀ 'ਚ ਸਾਡੀ ਇਜਾਜ਼ਤ ਤੋਂ ਆਗਿਆ ਤੋਂ ਬਗੈਰ ਇੱਕ ਬਜ਼ੁਰਗ ਇਸਤਰੀ ਦਾ ਨੌਜਵਾਨ ਪੁੱਤ ਚੜਾਈ ਕਰਾਤਾ ਜੀ। ਹਾਂਜੀ, ਹਮਰੋ ਕਰਿਓ ਪ੍ਰਣ ਨਹਿ ਜਾਣਿਓ। ਉਹ ਵੀ ਵਿਧਵਾ ਸੀਗੀ। ਮਹਾਰਾਜ ਕਹਿੰਦੇ ਇਹਨੇ ਸਾਡਾ ਪ੍ਰਾਣ ਨਹੀਂ ਜਾਣਿਆ। ਹਾਂਜੀ, ਮਤ ਹੈ ਪਿਤ ਹੈ ਪਿਖਤ ਸੁਹਾਨਿਓ। ਗੱਜ ਕੇ ਆਖੋ ਵਾਹਿਗੁਰੂ। ਤੇ ਮਾਂ ਦੇ ਹੁੰਦਿਆਂ ਪੁੱਤ ਮਾਰਤਾ। ਗੁਰੂ ਸਾਹਿਬ ਨੇ ਨਾ ਧਰਮ ਰਾਜੇ ਨੂੰ ਸੱਦ ਕੇ ਹੁਕਮ ਕੀਤਾ ਸੀਗਾ ਕਿ ਸਾਡੇ ਹੁੰਦਿਆਂ ਇੱਥੇ ਕਿਸੇ ਮਾਂ ਪਿਓ ਦਾ ਪੁੱਤ ਧੀ ਬੱਚਾ ਚੜਾਈ ਨਹੀਂ ਕਰਨਾ ਚਾਹੀਦਾ ਜੀ। ਸਾਡੇ ਹੁੰਦਿਆਂ ਅਸਲ ਵਿੱਚ ਮਹਾਰਾਜ ਨੇ ਤੇ ਪੱਕਾ ਹੀ ਕਹਿਤਾ ਸੀਗਾ। ਉਹ ਲਾਗੋਂ ਇੱਕ ਸਿੱਖ ਕਹਿੰਦਾ ਮਹਾਰਾਜ ਕਿੰਨਾ ਕੁ ਚਿਰ ਨਹੀਂ ਚੜਾਈ ਕਰੇਗਾ? ਤੇ ਫਿਰ ਗੁਰੂ ਸਾਹਿਬ ਨੇ ਕਿਹਾ ਜਿੰਨਾ ਚਿਰ ਅਸੀਂ ਨਹੀਂ ਹੈਗੇ, ਜਿੰਨਾ ਚਿਰ ਅਸੀਂ ਹੈਗੇ ਆ ਉਹਨਾਂ ਚਿਰ ਨਹੀਂ ਚੜਾਈ ਕਰੇਗਾ। ਇਹ ਮਹਾਰਾਜ ਨੇ ਆਖ ਦਿੱਤਾ ਸੀਗਾ ਜੀ। ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਇਹ ਵੀ ਦੱਸਦੇ ਆ, ਕਹਿੰਦੇ ਆਮ ਗੱਲ ਤੇ ਛੱਡੋ, ਇਸ ਤਈਏ ਤਾਪ ਵਾਲੀ ਸਾਖੀ ਤੋਂ ਬਾਅਦ ਗੋਇੰਦਵਾਲ ਸਾਹਿਬ 'ਚ ਪੰਛੀ ਤੱਕ ਨਹੀਂ ਸੀ ਮਰਿਆ ਜੀ। ਮਹਾਰਾਜ ਦਾ ਹੁਕਮ ਨਹੀਂ ਸੀਗਾ ਹੈਗਾ ਜੀ। ਮਹਾਰਾਜ ਕਹਿੰਦੇ ਇਹਨੇ ਹੁਕਮਦੁੱਲੀ ਕੀਤੀ ਸਾਡੀ। ਹਾਂਜੀ, ਏਕ ਰੋਗ ਕੋ ਹੋਏ ਸਜਾਏ। ਮਹਾਰਾਜ ਕਹਿੰਦੇ ਜਦੋਂ ਇੱਕ ਰੋਗ ਨੂੰ ਸਜ਼ਾ ਦੇ ਦਿਆਂਗੇ ਨਾ, ਪੁਨ ਹਮਰੇ ਪੁਰ ਕੋਈ ਨਾ ਆਏ। ਆਪੇ ਡਰਦਾ ਫਿਰ ਕੋਈ ਗੋਇੰਦਵਾਲ ਸਾਹਿਬ ਵਿੱਚ ਨਹੀਂ ਆਏਗਾ। ਰੋਗ ਬਿਮਾਰੀ। ਹਾਂਜੀ, ਰਹੇ ਪਿੰਜਰੇ ਮੇ ਇਹ ਪਰਿਓ। ਇਹਨੂੰ ਪਿੰਜਰੇ ਵਿੱਚ ਹੀ ਪਏ ਰਹਿਣ ਦਿਓ। ਮਹਾਰਾਜ ਕਹਿਣ ਲੱਗੇ। ਹਾਂਜੀ, ਗੋਇੰਦਵਾਲ ਨੇ ਡਰ ਹੋਏ ਬਰਿਓ। ਤੇ ਗੋਇੰਦਵਾਲ ਸਾਹਿਬ ਵਿੱਚ ਕਿਵੇਂ ਨਿਡਰ ਹੋ ਕੇ ਵਿਚਰਿਆ? ਇਹਨੂੰ ਡਰ ਨਹੀਂ ਲੱਗਿਆ ਗੁਰੂ ਘਰ ਤੋਂ? ਹਾਂਜੀ, ਇਮ ਕਹੇ ਆਪਣੇ ਪੌਰ ਰਖਾਇਓ। ਇਹ ਕਹਿ ਕੇ ਸੱਚੇ ਪਾਤਸ਼ਾਹ ਜੀ ਨੇ ਪਿੰਜਰਾ ਜਿਹੜਾ ਸੀ ਨਾ ਉਹ ਦਰਵਾਜ਼ੇ ਦੇ ਵਿੱਚ ਰਖਾ ਦਿੱਤਾ। ਕੇਤਿਕ ਮਾਸਨ ਸਮਾਂ ਬਿਤਾਇਓ। ਕਈ ਮਹੀਨੇ ਲੰਘ ਗਏ ਜੀ। ਤੇ ਇਹ ਤਾਪ ਦਾ ਬੜਾ ਬੁਰਾ ਹਾਲ ਹੈ। ਮੈਂ ਕਿੱਥੇ ਆ ਗਿਆ, ਫਸ ਗਿਆ ਮੈਂ ਤੇ। ਗੁਰ ਬਚ ਸੰਗਲ ਸੰਗ ਰਹਿਓ ਹੈ। ਹੁਣ ਗੁਰੂ ਸਾਹਿਬ ਦਾ ਬਚਨ ਹੈ, ਸੰਗਲ ਪੈਰਾਂ 'ਚ ਵੀ ਪਏ, ਹੱਥਾਂ 'ਚ ਵੀ ਪਏ, ਗਲ 'ਚ ਪਟਾ ਪਿਆ, ਉੱਤੇ ਲੋਹੇ ਦਾ ਪਿੰਜਰਾ ਜੀ। ਹਾਂਜੀ, ਸ਼ੁੱਧਤ ਅਧਿਕ ਨਾ ਆਹਾਰ ਲਹਿਓ ਹੈ। ਭੁੱਖ ਤੇ ਬੜੀ ਲੱਗੀ ਪਰ ਭੋਜਨ ਨਹੀਂ ਮਿਲ ਰਿਹਾ ਜੀ। ਅੱਜ ਕੇ ਆਖੋ ਵਾਹਿਗੁਰੂ। ਇਹ ਕੋਈ ਪ੍ਰਸ਼ਾਦੇ ਨਹੀਂ ਨਾ ਛਕਦਾ ਜੀ, ਇਹ ਲੋਕਾਂ ਦਾ ਖੂਨ ਪੀਂਦਾ ਜੀ। ਭੁੱਖ ਲੱਗੀ ਪਈ ਹੈ, ਬਣ ਨਹੀਂ ਰਿਹਾ ਕੁਝ ਇਹਦਾ। ਹਾਂਜੀ, ਦੁਰਲਭ ਅੰਗ ਹੋਏ ਬਹੁ ਗਇਓ। ਹਾਂਜੀ, ਗੁਰ ਸਿੱਖਨ ਕੋ ਬੰਦਤ ਭਇਓ। ਤੇ ਸਾਧ ਸੰਗਤ ਜੀ ਸਰੀਰ ਕਮਜ਼ੋਰ ਹੋ ਗਿਆ। ਤੇ ਤਈਆ ਤਾਪ ਪਤਾ ਕੀ ਕਰਦਾ? ਰਸਤੇ 'ਚ ਜਦੋਂ ਮਹਾਰਾਜ ਦੇ ਸਿੱਖ ਲੰਘਦੇ ਆ ਉਹਨਾਂ ਨੂੰ ਮੱਥੇ ਟੇਕਦਾ ਹੈ। ਹਾਂਜੀ, ਕੋ ਆਵੈ ਹੈ ਐਸੋ ਉਪਕਾਰੀ। ਕਹਿੰਦਾ ਉੱਚੀ ਉੱਚੀ ਕਹਿੰਦਾ ਕੋਈ ਇਹੋ ਜਿਹਾ ਉਪਕਾਰੀ ਹੋਵੇ
ਮੋਹਿ ਮੁਚਾਵਹਿ ਕਰੁਣਾ ਧਾਰੀ। ਜਿਹੜਾ ਮੇਰੇ ਤੇ ਮਿਹਰ ਕਰੇ ਤੇ ਮੈਨੂੰ ਇਸ ਕੈਦ ਤੋਂ ਛੁਡਵਾ ਦੇਵੇ। ਹਾਂਜੀ, ਨਿਕਟ ਕਦੀਮੀ ਸੇਵਕ ਜੋਏ, ਲਖੈ ਦੁਖ ਦਹਿਤ ਕਹੈ ਨਾ ਸੋਏ। ਜਿਹੜੇ ਤੇ ਨਿਕਟਵਰਤੀ ਸੀ ਉਹਨਾਂ ਨੂੰ ਪਤਾ ਵੀ ਇਹ ਤਈਆ ਤਾਪ ਹੈ, ਬੜਾ ਮਾੜਾ ਹੈ, ਉਹ ਨਹੀਂ ਸੀ ਇਹਦੀ ਸਿਫਾਰਿਸ਼ ਕਰਦੇ ਮਹਾਰਾਜ ਦੇ ਚਰਨਾਂ 'ਚ। ਹਾਂਜੀ, ਡੱਲੇ ਗ੍ਰਾਮ ਬਿਖੈ ਸਿੱਖ ਜੇਈ, ਗੁਰ ਦਰਸ਼ਨ ਹਿਤ ਆਏ ਸੇਈ। ਉਹ ਫਿਰ ਡੱਲੇ ਪਿੰਡ ਤੋਂ ਮਹਾਰਾਜ ਦੀ ਹਜ਼ੂਰੀ ਵਿੱਚ ਸਿੱਖ ਆਏ ਜੀ, ਇਕੱਠੇ ਸਿੱਖ ਆਏ ਜੀ। ਹਾਂਜੀ, ਅਰਪ ਅਕੋਰ ਅਨੇਕ ਪ੍ਰਕਾਰਾ, ਸ਼੍ਰੀ ਸਤਿਗੁਰ ਮੁਖ ਕਮਲ ਨਿਹਾਰਾ। ਉਹਨਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਭੇਟਾਵਾਂ ਰੱਖੀਆਂ, ਮੱਥਾ ਟੇਕਿਆ। ਹਾਂਜੀ, ਕਰ ਕਰ ਬੰਧਨ ਬੈਠ ਨਜ਼ੀਕਾ। ਤੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਸਾਰੇ। ਆਪਾਂ ਵੀ ਟੇਕੀਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੇ ਮਹਾਰਾਜ। ਸੰਗਤਾਂ ਮਹਾਰਾਜ ਦੇ ਲਾਗੇ ਲਾਗੇ ਬੈਠ ਗਈਆਂ। ਬੋਲੇ ਗੁਰੂ ਗਿਰਾ ਰਮਣੀਕਾ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਬਚਨ ਕਰਨ ਲੱਗੇ। ਹਾਂਜੀ, ਕੁਸ਼ਲ ਆਨੰਦ ਸਬਨ ਮੋਹ ਆਹੇ। ਮਹਾਰਾਜ ਕਹਿਣ ਲੱਗੇ ਸਭ ਰਾਜੀ ਖੁਸ਼ੀ ਹੋ। ਹਾਂਜੀ, ਮਿਲ ਸਭ ਸੰਗਤ ਕੋ ਰਸ ਲਹੇ। ਸਾਰੇ ਸੰਗਤ ਵਿੱਚ ਮਿਲ ਕੇ ਆਨੰਦ ਲੈ ਰਹੇ ਹੋ, ਭਜਨ ਕਰ ਰਹੇ ਹੋ। ਇਹ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਆ। ਹਾਂਜੀ, ਡੱਲੇ ਮਹਿ ਸਿੱਖ ਸੇਵਕ ਮੇਰੇ, ਪਾਰੋ ਲਾਲੋ ਆਦ ਵਡੇਰੇ। ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਮਾਣ ਤੇ ਹੁੰਦਾ ਹੀ ਹੈ ਨਾ ਆਪਣੇ ਵਿਦਿਆਰਥੀਆਂ ਤੇ। ਮਹਾਰਾਜ ਬੜੇ ਮਾਣ ਨਾਲ ਪ੍ਰੇਮ ਨਾਲ ਕਹਿ ਰਹੇ। ਮਹਾਰਾਜ ਕਹਿੰਦੇ ਡੱਲੇ ਪਿੰਡ ਵਿੱਚ ਨਾ ਸਾਡੇ ਬੜੇ ਵਧੀਆ ਵਧੀਆ ਸਿੱਖ ਹੈਗੇ ਆ, ਮਹਾਨ ਸਿੱਖ ਹੈਗੇ ਆ। ਭਾਈ ਪਾਰੋ ਜੀ ਵਰਗੇ, ਭਾਈ ਲਾਲੋ ਜੀ ਵਰਗੇ। ਹਾਂਜੀ, ਨਿਤ ਪ੍ਰਤ ਮੋਕੋ ਅਤਿਸ਼ੈ ਪਿਆਰੇ। ਜਿਹੜੇ ਸਾਨੂੰ ਬੜਾ ਹੀ ਪਿਆਰ ਕਰਦੇ ਤੇ ਮੈਨੂੰ ਵੀ ਬੜਾ ਚੰਗੇ ਲੱਗਦੇ ਆ ਉਹ। ਹਾਂਜੀ, ਜਿਨ ਮਿਲਬਾਉ ਨਰ ਔਰ ਉਧਾਰੇ। ਜਿਨ੍ਹਾਂ ਨੂੰ ਮਿਲਣ ਨਾਲ ਦੂਜਿਆਂ ਦਾ ਵੀ ਭਲਾ ਹੋਏਗਾ। ਇਹ ਦੋ ਸਿੱਖ ਸਾਡੇ ਐਸੇ ਨੇ ਜਿਹੜਾ ਇਹਨਾਂ ਨੂੰ ਮਿਲੇਗਾ ਉਹਦਾ ਹੀ ਭਲਾ ਹੋ ਜਾਏਗਾ। ਕਮਾਲ ਦੀ ਗੱਲ ਵੇਖੋ, ਕਿੰਨਾ ਮਹਾਨ ਜੀਵਨ ਜੀ ਉਹਨਾਂ ਦਾ। ਹਾਂਜੀ, ਸੁਨ ਲਾਲੋ ਕਰ ਜੋਰ ਬਖਾਨੀ। ਤੇ ਭਾਈ ਲਾਲੋ ਜੀ ਵੀ ਸੰਗਤ ਵਿੱਚ ਬੈਠੇ ਸਨ। ਉਹਨਾਂ ਹੱਥ ਜੋੜੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਬਖਸ਼ੋ ਹੋ ਆਪਣੀ ਸੰਗਤ ਜਾਨੀ। ਵੇਖ ਲੋ ਕਿਸੇ ਦੀ ਤਾਰੀਫ ਹੋਵੇ, ਸਾਡੀ ਹੋਵੇ, ਅਸੀਂ ਫੁੱਲ ਕੇ ਬਹਿਨੇ ਆ। ਮਹਾਰਾਜ ਗੁਰੂ ਅਮਰਦਾਸ ਸਾਹਿਬ ਆਪ ਰੱਬ ਆਪ ਪਰਮੇਸ਼ਰ ਸੰਗਤ ਵਿੱਚ ਭਾਈ ਲਾਲੋ ਦੀ ਤਾਰੀਫ ਕਰ ਰਹੇ। ਭਾਈ ਲਾਲੋ ਜੀ ਕਹਿੰਦੇ ਨਾ ਮਹਾਰਾਜ ਬਖਸ਼ ਲਓ ਸੱਚੇ ਪਾਤਸ਼ਾਹ। ਮਹਾਰਾਜ ਅਸੀਂ ਤੇ ਨਿਮਾਣੇ ਜੇ ਬੰਦੇ ਆ, ਦੁਨਿਆਵੀ ਬੰਦੇ ਆ। ਸੱਚੇ ਪਾਤਸ਼ਾਹ ਆਪ ਤੇ ਪਰਮੇਸ਼ਰ ਹੋ, ਮਹਾਰਾਜ ਸਾਨੂੰ ਬਖਸ਼ ਲਓ। ਹਾਂਜੀ, ਜੋ ਕਿਛ ਅਹੈ ਪ੍ਰਤਾਪ ਤੁਮਾਰਾ। ਮਹਾਰਾਜ ਅਸੀਂ ਸਾਡੀ ਕੋਈ ਵਡਿਆਈ ਨਹੀਂ ਹੈ। ਸੱਚੇ ਪਾਤਸ਼ਾਹ ਜੋ ਕੁਝ ਵੀ ਹੈ ਨਾ ਇਹ ਮਹਾਰਾਜ ਆਪ ਜੀ ਦਾ ਹੀ ਪ੍ਰਤਾਪ ਹੈ। ਹਾਂਜੀ, ਹਮ ਸਮ ਬਪਰੇ ਕਹਾਂ ਵਿਚਾਰਾ। ਮਹਾਰਾਜ ਸਾਡੇ ਵਰਗੇ ਲੋਕ ਕੀ ਹੈਗੇ ਆ। ਵੇਖੋ ਭਾਈ ਲਾਲੋ ਜੀ ਬੜੀ ਉੱਚ ਅਵਸਥਾ ਦੇ ਮਾਲਕ ਨੇ, ਗੁਪਤ ਰੂਹਾਂ ਦੇ ਮਾਲਕ ਨੇ। ਪਰ ਭਾਈ ਲਾਲੋ ਜੀ ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਤੇ ਕੁਝ ਵੀ ਨਹੀਂ ਹੈਗੇ। ਹਾਂਜੀ, ਇਤਿਆਦਿਕ ਬਚ ਸੁਨ ਅਰ ਕਹਿ ਕੇ। ਮਹਾਰਾਜ ਇਹ ਸਾਰਾ ਆਪ ਜੀ ਦਾ ਹੀ ਪ੍ਰਤਾਪ ਹੈ। ਤੇ ਭਾਈ ਲਾਲੋ ਜੀ ਬੈਰਾਗੀ ਹੋ ਗਏ ਜੀ ਸਿਫਤ ਸੁਣ ਕੇ ਆਪਣੀ। ਹੁਣ ਵੀ ਕੁਝ ਗੁਰਸਿੱਖ ਪਿਆਰੇ ਐਸੇ ਆ ਜਿਹੜੇ ਬਿਲਕੁਲ ਆਪਣੀ ਸਿਫਤ ਨਹੀਂ ਪਸੰਦ ਕਰਦੇ ਸਾਧ ਸੰਗਤ ਜੀ। ਤੇ ਕਈ ਜਿਉਂਦੇ ਹੀ ਇਹਦੇ ਆਸਰੇ ਆ ਜੀ, ਸਾਡੀ ਸਿਫਤ ਕਿਉਂ ਨਹੀਂ ਹੋ ਰਹੀ, ਸਾਡਾ ਸਤਿਕਾਰ ਕਿਉਂ ਨਹੀਂ ਹੋ ਰਿਹਾ, ਸਾਨੂੰ ਸਰੋਪਾ ਕਿਉਂ ਨਹੀਂ ਮਿਲ ਰਿਹਾ। ਭਾਈ ਲਾਲੋ ਜੀ ਬੜੀ ਨਿਮਰਤਾ ਚ ਆ ਕੇ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲਓ ਮਹਾਰਾਜ। ਹਾਂਜੀ, ਇਤਿਆਦਿਕ ਬਚ ਸੁਨ ਅਰ ਕਹਿ ਕੇ, ਇੱਕ ਦੋਏ ਦਿਵਸ ਬਿਤਾਏ ਰਹਿ ਕੇ। ਉਹ ਇਸ ਤਰੀਕੇ ਨਾਲ ਸੰਗਤਾਂ ਰਹਿ ਪਈਆਂ ਉੱਥੇ ਜੀ। ਤੇ 2 ਕੁ ਦਿਨ ਹੋ ਗਏ ਜੀ ਸੰਗਤਾਂ ਨੂੰ ਉੱਥੇ ਰਹਿੰਦੇ ਆ। ਹਾਂਜੀ, ਆਵਤ ਜਾਤ ਪਿੰਜਰਾ ਹੇਰਾ, ਬਾਲਕ ਦੁਰਬਲ ਬੀਚ ਬਡੇਰਾ। ਤੇ ਉਹ ਆਉਂਦਿਆਂ ਜਾਂਦਿਆਂ ਨਾ ਸੰਗਤਾਂ ਵੇਖਦੀਆਂ ਪਿੰਜਰਾ, ਡੱਲੇ ਪਿੰਡ ਦੀਆਂ ਵੀ ਵੇਖਦੇ। ਉਹ ਤਈਆ ਤਾਪ ਬੜਾ ਸ਼ਰਾਰਤੀ ਹੈ ਜੀ, ਕਮਜ਼ੋਰ ਹੋਇਆ ਪਿਆ। ਤੇ ਉਹ ਨਾ ਕਹਿ ਰਿਹਾ, ਕਹਿੰਦਾ ਆਉਣ ਜਾਣ ਵਾਲਿਆਂ ਨੂੰ ਕੋਈ ਹੋਵੇ ਜਿਹੜਾ ਮੇਰਾ ਛੁਟਕਾਰਾ ਕਰਾ ਦੇ, ਮੇਰੇ ਬਾਰੇ ਗੁਰੂ ਸਾਹਿਬ ਨੂੰ ਆਖੋ ਕੋਈ। ਹਾਂਜੀ, ਦੇਖ ਘਨੀ ਕਰੁਣਾ ਮਨ ਆਈ, ਸਤਿਗੁਰ ਕੇ ਢਿਗ ਜਾਏ ਸੁਨਾਈ। ਤੇ ਭਾਈ ਲਾਲੋ ਜੀ ਦੇ ਮਨ 'ਚ ਦਇਆ ਆ ਗਈ ਜੀ।
ਵੀ ਮੈਂ ਇਹਨੂੰ ਛਡਾ ਦਿਆਂ। ਉਹ ਸ਼ੈਤਾਨ ਹੈ ਜੀ ਪੂਰਾ। ਹਾਂਜੀ, ਹੁਣ ਸਾਡੇ ਸਾਹਮਣੇ ਕਰੋਨਾ ਆ ਜਾਏ, ਤਰਲੇ ਲਵੇ, ਕੋਈ ਦਇਆ ਥੋੜੀ ਕਰਦਾ ਜੀ ਉਹਦੇ ਤੇ। ਸਾਰੇ ਸੰਸਾਰ ਨੂੰ ਬਿਪਤਾ ਪਾਈ ਪਈ ਜੀ। ਭਾਈ ਲਾਲੋ ਜੀ, ਸਾਧ ਸੰਗਤ ਜੀ, ਉਹਨਾਂ ਦੇ ਮਨ 'ਚ ਦਇਆ ਆ ਗਈ ਜੀ। ਅੱਗੋਂ ਸਾਖੀ ਸੁਣਨ ਵਾਲੀ ਹੈ, ਪਰ ਹੁਣ ਸਮਾਂ ਸੰਪੂਰਨ ਹੋ ਗਿਆ। ਅੱਗੋਂ ਸਾਖੀ ਸੁਣਨ ਵਾਲੀ ਹੈ, ਸੱਚੇ ਪਾਤਸ਼ਾਹ ਮਹਾਰਾਜ ਕੀ ਕਰਦੇ ਆ ਜੀ, ਕੀ ਕਰਦੇ ਆ। ਤੇ ਉਹ ਤਈਏ ਦਾ ਫਿਰ ਕਿਵੇਂ ਛੁਟਕਾਰਾ ਹੁੰਦਾ ਜੀ, ਉਹ ਸਾਖੀ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਪੁਰਾਣੇ ਸਮੇਂ ਜਦੋਂ ਕਿਸੇ ਨੂੰ ਬੁਖਾਰ ਚੜ੍ਹਨਾ ਨਾ, ਤੇ ਇਹ ਸੁਣਾਉਣੀ। ਉਹਦੇ ਨਾਲ ਕੀ ਹੁੰਦਾ ਸੀ, ਮਹਾਰਾਜ ਦਾ ਪ੍ਰਤਾਪ ਹੁੰਦਾ ਸੀ, ਬੁਖਾਰ ਉਤਰ ਜਾਂਦਾ ਸੀਗਾ ਜੀ। ਅੱਜ ਕੇ ਆਖੋ, ਬੁਖਾਰ ਵੀ ਬੜੇ ਤਰ੍ਹਾਂ ਦੇ ਆ ਨਾ ਜੀ। ਇੱਕ ਡੇਂਗੂ ਹੈ, ਤਈਆ ਹੈ, ਇੱਕ ਦੂਜੇ ਦਿਨ ਚੜ੍ਹਨ ਵਾਲਾ ਹੈ, ਇੱਕ ਆ ਟਾਈਫਾਈਡ ਹੈ, ਇਹ ਵੀ ਤੇ ਬੁਖਾਰ ਹੀ ਹੈ। ਤੇ ਮੈਨੂੰ ਦੱਸਣ ਦੇ ਸੀਗੇ, ਕਹਿੰਦੇ ਇੱਕ ਬੁਖਾਰ ਸੀ ਡਿਸਕੋ ਬੁਖਾਰ, ਉਹ ਜਿਹਨੂੰ ਹੋ ਜਾਂਦਾ ਸੀ ਉਹ ਟਿਕਦਾ ਹੀ ਨਹੀਂ ਸੀ, ਕਹਿੰਦੇ ਤੜਪੀ ਜਾਂਦਾ ਸੀਗਾ। ਬੁਖਾਰ ਬੜੇ ਤਰ੍ਹਾਂ ਦੇ ਹੈ। ਕੀ ਹੈ ਇਹ? ਤਾਪ ਹੀ ਹੈ ਇੱਕ ਹਿਸਾਬ ਨਾਲ। ਤੇ ਸੰਗਤ ਜੀ, ਮਹਾਰਾਜ ਬਾਣੀ 'ਚ ਬੇਅੰਤ ਸ਼ਬਦਾਂ ਵਿੱਚ ਲਿਖਦੇ ਆ, ਤਾਪ ਉਤਾਰਿਆ ਸਤਿਗੁਰ ਆਪ। ਇਹ ਮਹਾਰਾਜ ਲਾਉਂਦੇ ਆ। ਸੋ ਇਹਦੇ ਤੋਂ ਅੱਗੇ ਜਿਹੜਾ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਮਹਾਰਾਜ ਦਾ ਪ੍ਰਤਾਪ।